ਗੋਬਿੰਦ ਸਿੰਘ ਮਹਾਰਾਜ ਜੀ ਸਤਲੁਜ ਦਰਿਆ ਦੇ ਕਿਨਾਰੇ ਵਿਚਰ ਰਹੇ। ਸਤਿਗੁਰਾਂ ਦਾ ਚੌਰ ਦਰਬਾਰ ਚੌਰ ਕਰਨ ਵਾਲਾ, ਚੌਰ ਦੀ ਸੇਵਾ ਕਰਨ ਵਾਲਾ ਸਿੰਘ ਮਹਾਰਾਜ ਦਾ ਨਾਮ ਹੈ ਭਾਈ ਸੁਨਾਤ ਸਿੰਘ। ਉਹਦੇ ਨਾਲ ਮਹਾਰਾਜ ਬਚਨ ਵਿਲਾਸ ਕਰਦੇ ਆਉਣ ਵਾਲਾ ਜਿਹੜਾ ਸਮਾਂ ਹੈ, ਜਿਹਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ, ਆਉਣ ਵਾਲੇ ਸਮੇਂ ਵਿੱਚ ਕਿਹੜੇ ਕਿਹੜੇ ਰਾਜੇ ਹੋਣਗੇ, ਕਿਵੇਂ ਕਿਵੇਂ ਪੰਜਾਬ ਤੇ ਹੱਲੇ ਹੋਣਗੇ, ਕਿਵੇਂ ਕਿਵੇਂ ਘੱਲੂ ਘਾਰੇ ਵਾਪਰਨਗੇ, ਔਰ ਇਹ ਸਾਰਾ ਕੁਝ ਕਿਵੇਂ ਹੋਵੇਗਾ, ਉਹਦੇ ਬਾਬਤ ਮਹਾਰਾਜ ਇਹ ਬਚਨ ਵਿੱਚ ਪ੍ਰਸੰਗ ਸੁਣਾ ਰਹੇ। ਇਹਦੇ ਵਿੱਚ ਕੁਝ ਬਚਨ ਜਿਹੜੇ ਨੇ ਉਹ 100 ਸਾਖੀ ਦੇ ਲੈ ਗਿਆ। 100 ਸਾਖੀ ਇੱਕ ਗ੍ਰੰਥ ਹੈ ਜਿਹਦੇ ਵਿੱਚ ਮਹਾਰਾਜ ਦੇ ਆਉਣ ਵਾਲੇ ਕੁਝ ਬਚਨ ਲਿਖੇ, ਕੁਝ ਬਚਨ ਇੱਥੇ ਦਰਜ ਹੋਏ ਨੇ। ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਦਿਖਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਬੀਤੇ 5000 ਕਲ ਤਲਕ ਸੰਖਿਆ ਜਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ 5000 ਸਾਲ ਕਲਯੁਗ ਦਾ ਬਤੀਤ ਹੋ ਜਾਵੇਗਾ। ਕਲਯੁਗ ਨੂੰ ਪੈਦਾ ਹੋਏ ਨੂੰ ਅਜੇ ਤਕਰੀਬਨ ਇੰਨਾ ਕੋਈ ਸਮਾਂ ਹੋਇਆ, 4.5 ਲੱਖ ਦੇ ਲਗਭਗ ਇਸ ਦੀ ਉਮਰ ਹੈ। 4,32,000 ਸਾਲ ਕਲਯੁਗ ਦੀ ਉਮਰ ਹੈ। ਉਸ ਉਮਰ ਦੇ ਵਿੱਚੋਂ ਅਜੇ 5000 ਸਾਲ ਦੇ ਲਗਭਗ, ਜਾਂ ਕਹਿ ਲਈਏ 5,500 ਸਾਲ ਦੇ ਲਗਭਗ ਕਲਯੁਗ ਦੀ ਉਮਰ ਹੋਈ ਹੈ। ਬਾਕੀ ਅਜੇ ਸਾਲ ਉਸਦੇ ਬਾਕੀ ਨੇ। ਸਤਿਗੁਰੂ ਕਹਿਣ ਲੱਗੇ, ਜਦੋਂ ਕਲਯੁਗ ਦਾ ਸਮਾਂ 5000 ਸਾਲ ਬਤੀਤ ਹੋ ਜਾਵੇਗਾ, ਜਦੋਂ ਇਸ ਤਰ੍ਹਾਂ ਦਾ ਸਮਾਂ ਚੱਲਣਾ ਹੈ। ਸੁਨ ਸੁਨਾਤ ਸਿੰਘ ਮਾਰਤਾ ਵਿਦਤਾ ਸਕਲ ਜਹਾਨ। ਅਸੀਂ ਭਾਈ ਸੁਨਾਤ ਸਿੰਘ ਜੀ ਤੁਹਾਡੇ ਨਾਲ ਇੱਕ ਭਜਨ ਕਰਦੇ ਹਾਂ, ਜਿਹੜਾ ਆਉਣ ਵਾਲੇ ਸਮੇਂ ਵਿੱਚ ਇਹ ਭਜਨ ਪ੍ਰਗਟ ਹੋਣਗੇ। ਉਹ ਭਜਨ ਜਿਹੜੇ ਨੇ ਉਹ ਤੁਹਾਡੇ ਨਾਲ ਅਸੀਂ ਇੱਥੇ ਕਰਦੇ ਪਏ ਹਾਂ। ਕਿਹੜੇ ਭਜਨ ਕਰਦੇ ਪਏ, ਮਹਾਰਾਜ ਦੇ ਕਹਿਣ ਤੋਂ ਜਿਹੜਾ ਭਾਵ ਹੈ ਉਹ ਇੱਥੇ ਪ੍ਰਮਾਉਂਦੇ ਹਨ। ਨਿਸ਼ਾਨੀ ਛੰਦ ਕਿਤਨੇ ਵਿਖੇ ਸੁਭਾਉ ਮ੍ਰਿਤ ਇੱਕ ਕਰ ਸਭ ਆਏ। ਸਤਿਗੁਰੂ ਜੀ ਇਸ ਵੇਲੇ ਬੜੇ ਆਰਾਮ ਨਾਲ ਬੈਠ ਗਏ। ਜਦੋਂ ਸੰਗਤ ਨੇ ਵੇਖਿਆ ਵੀ ਹੁਣ ਮਹਾਰਾਜ ਮਾਰਦੇ ਨਹੀਂ ਪਏ, ਕੁਝ ਕਹਿੰਦੇ ਨਹੀਂ ਪਏ, ਸਾਰੀ ਸੰਗਤ ਫਿਰ ਜਿੱਥੇ ਮਹਾਰਾਜ ਬੈਠੇ ਸਨ ਉੱਥੇ ਕੋਲ ਆ ਕੇ ਬੈਠੇ ਹਨ। ਸਹਿਜ ਥਾ ਸਤਿਗੁਰ ਕਹਾ ਹੈ ਸਗਰੇ ਵਿਸਮੈ। ਸਤਿਗੁਰੂ ਜਿਵੇਂ ਕਹਿ ਰਹੇ ਨੇ ਨਾ, ਹੁਣ ਸਾਰੇ ਉਹ ਬਚਨ ਸੁਣਨ ਲੱਗ ਪਏ। ਮਹਾਰਾਜ ਕਹਿਣ ਲੱਗੇ, ਗੁਰੂ ਖਾਲਸਾ ਜੀ ਆਓ ਤੁਹਾਨੂੰ ਆਉਣ ਵਾਲੇ ਸਮੇਂ ਬਾਰੇ ਦੱਸੀਏ ਕਿ ਸਮਾਂ ਕਿਸ ਤਰ੍ਹਾਂ ਦਾ ਚੱਲੇਗਾ। ਮਹਾਰਾਜ ਕਿਉਂ ਹੋਏ ਹੈ ਜਬ ਆਏ ਫਿਰੰਗੀ। ਸੰਗਤਾਂ ਨੇ ਸਵਾਲ ਕੀਤਾ, ਕਿਉਂਕਿ ਮਹਾਰਾਜ ਨੇ ਇੱਥੋਂ ਤੱਕ ਵਚਨ ਕਹਿ ਦਿੱਤੇ ਸੀ ਵੀ ਅੰਗਰੇਜ਼ ਆਉਣਗੇ। ਇੱਥੋਂ ਅੱਗੇ ਫਿਰ ਮਹਾਰਾਜ ਜੀ ਵਚਨ ਕਰਨ ਤੋਂ ਚੁੱਪ ਕਰ ਗਏ। ਫਿਰ ਸੰਗਤਾਂ ਨੇ ਸਵਾਲ ਕੀਤਾ, ਮਹਾਰਾਜ ਇਹ ਦੱਸੋ ਵੀ ਜਦੋਂ ਫਰੰਗੀ ਆਉਣਗੇ, ਫਰੰਗੀ ਤੋਂ ਭਾਵ ਵੀ ਜਦੋਂ ਅੰਗਰੇਜ਼ ਆਉਣਗੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ, ਅੰਤ ਤੁਮਾਰਾ ਖਾਲਸਾ ਕਿਮ ਹੋਏ ਸੁਪ੍ਰਸੰਗੀ। ਉਦੋਂ ਤੁਹਾਡੇ ਖਾਲਸੇ ਨਾਲ ਕੀ ਵਾਪਰੇਗਾ? ਵੀ ਤੁਹਾਡਾ ਖਾਲਸਾ ਅੰਗਰੇਜ਼ਾਂ ਦੇ ਆਉਣ ਕਰਕੇ ਸੁਖੀ ਰਹੇਗਾ ਕਿ ਦੁਖੀ ਰਹੇਗਾ? ਵਿਪਤਾ ਪਵੇਗੀ ਕਿ ਤੁਹਾਡਾ ਖਾਲਸਾ ਕਿਵੇਂ ਵਧੇਗਾ ਜਾਂ ਘਟੇਗਾ? ਇਹ ਕਿਰਪਾ ਕਰਕੇ ਦੱਸਣਾ ਕਰੋ। ਕਿਉਂ ਕਿਨ ਠਹਿਰਨ ਰਾਜ ਤਬ ਜਬ ਦਿਲ ਦਵੇ ਆਵੇ। ਸੋ ਉਸ ਵੇਲੇ ਤੁਹਾਡੇ ਖਾਲਸੇ ਦਾ ਰਾਜ ਕੀ ਰਹੇਗਾ? ਜਦੋਂ ਫਰੰਗੀਆਂ ਦਾ ਰਾਜ ਹੋਵੇਗਾ, ਅੰਗਰੇਜ਼ ਦਾ ਰਾਜ ਹੋਵੇਗਾ ਹਿੰਦੁਸਤਾਨ ਦੀ ਧਰਤੀ ਤੇ, ਕੀ ਰਾਜ ਉਹਨਾਂ ਦਾ ਟਿਕੇਗਾ ਜਾਂ ਆਪ ਜੀ ਦੇ ਖਾਲਸੇ ਦਾ ਰਾਜ ਹੋਵੇਗਾ? ਇਹ ਆਪ ਜੀ ਦੱਸਣਾ ਕਰੋ। ਐਸੇ ਹੋਏ ਬਿਰਤੰਤ ਸਭ ਸੁਨ ਗੁਰੂ ਬਤਾਵੇ। ਸਤਿਗੁਰੂ ਪਾਤਸ਼ਾਹ ਜੀ ਇਹ ਸਾਰਾ ਕੁਝ ਕਿਵੇਂ ਹੋਵੇਗਾ? ਆਪ ਜੀ ਨੇ ਇਸ਼ਾਰਾ ਤੇ ਦੇ ਦਿੱਤਾ ਵੀ ਫਰੰਗੀ ਆਉਣਗੇ, ਅੰਗਰੇਜ਼ ਆਉਣਗੇ, ਪਰ ਮਹਾਰਾਜ ਜਦੋਂ ਆਉਣਗੇ ਉਦੋਂ ਤੁਹਾਡੇ ਖਾਲਸੇ ਦੇ ਰਾਜ ਦਾ ਕੀ ਬਣੇਗਾ? ਕਿ ਖਾਲਸਾ ਰਾਜ ਕਰੇਗਾ ਕਿ ਫਰੰਗੀ ਰਾਜ ਕਰਨਗੇ? ਆਪ ਜੀ ਦੱਸੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੁਣੇ ਵਚਨ ਤੇ ਫਿਰ ਸਤਿਗੁਰੂ ਦੱਸਣ ਲੱਗੇ, ਕਹਿਣ ਲੱਗੇ, ਲਓ ਖਾਲਸਾ ਜੀ ਫਿਰ ਆਉਣ ਵਾਲੇ ਸਮੇਂ ਦੇ ਵਚਨ ਆਪ ਸੁਣਨਾ ਕਰੋ। ਔਰ ਫਿਰੰਗੀ ਆਏ ਹਨ ਦਲ ਜੋਰ ਕਨੇਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਮਾਂ ਆਵੇਗਾ ਇਹ ਜਿਹੜੇ ਅੰਗਰੇਜ਼ ਨੇ ਵੱਡੀ ਤਾਕਤ ਦੇ ਨਾਲ, ਵੱਡੀ ਫੌਜ ਦੇ ਨਾਲ, ਅਸਲੇ ਦੇ ਨਾਲ ਬੜਾ ਭਾਰੀ ਰਾਜ ਕਮਾਉਣ ਵਾਸਤੇ ਇਹਨਾਂ ਨੇ ਹੋਣਾ ਹੈ। ਸਿੰਘ ਗੁਰਿੰਦ ਸੋ ਸੈਨ ਬਲ ਹੋਇਆ
ਬਹੁਤੇ ਇਧਰੋਂ ਜਿਹੜੇ ਮਹਾਰਾਜ ਜੀਆਂ ਦੇ ਸਿੱਖ ਹੋਣਗੇ, ਇਹਨਾਂ ਦੀ ਜਿਹੜੀ ਵੱਡੀ ਫੌਜ ਹੈ ਉਸ ਵੇਲੇ ਸਿੱਖਾਂ ਦੇ ਕੋਲ ਵੀ ਹੋਵੇਗੀ। ਜਿਵੇਂ ਗੁਰਮੁਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਉਹਨਾਂ ਸਮਿਆਂ ਦੇ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਇਹੋ ਜਿਹੇ ਰਾਜੇ ਸਨ ਜਿਹੜੇ ਅੰਗਰੇਜ਼ ਨੂੰ ਟੱਕਰ ਦੇ ਸਕਦੇ ਸਨ। ਇੱਕ ਵੇਲੇ ਮਹਾਰਾਜਾ ਰਣਜੀਤ ਸਿੰਘ ਆਪਣੇ ਕੁਝ 94 ਅੰਗ ਰੱਖਿਅਕਾਂ ਦੇ ਨਾਲ ਚਲਦਿਆਂ ਜਦੋਂ ਆਪਣੇ ਸੀਮਾ ਦਾ ਮੁਆਇਨਾ ਕਰ ਰਿਹਾ ਤੇ ਪੁੱਛਿਆ ਮਹਾਰਾਜ ਨੇ ਵੀ ਆ ਲੈਣ ਨਾਲ ਜਿਹੜੀ ਲੈਣ ਹੈ ਲਾਲ ਰੰਗ ਦੀ ਇਹ ਕਾਹਦੀ ਹੈ? ਤੇ ਜਿਹੜੇ ਨਾਲ ਦੇ ਉਹਨਾਂ ਦੇ ਜਵਾਨ ਸਨ ਉਹਨਾਂ ਨੇ ਦੱਸਿਆ ਕਿ ਇਹ ਤੋਂ ਅੱਗੇ ਅੰਗਰੇਜ਼ ਦਾ ਰਾਜ ਸ਼ੁਰੂ ਹੁੰਦਾ ਹੈ, ਇਹ ਅੰਗਰੇਜ਼ ਦੇ ਰਾਜ ਦੀ ਲੈਣ ਹੈ। ਉਸ ਲੈਣ ਵੱਲ ਵੇਖ ਕੇ ਕੁਝ ਸਮਾਂ ਚੁੱਪ ਰਹੇ ਤੇ ਫਿਰ ਆਪ ਹੀ ਮੂੰਹ ਆਖਿਆ, ਕਹਿਣ ਲੱਗੇ ਇਹ ਜਿਹੜੀ ਲੈਣ ਹੈ ਨਾ ਇੱਕ ਵਾਰੀ ਇਹ ਸਾਰਿਆਂ ਦੇ ਉੱਪਰ ਫਿਰ ਜਾਣੀ ਹੈ, ਇਹ ਲੈਣ ਜਿਹੜੀ ਅੱਗੇ ਤੋਂ ਅੱਗੇ ਵਧਦੀ ਜਾਣੀ ਹੈ। ਕਹਿਣ ਤੋਂ ਭਾਵ ਇਹ ਸੀ ਕਿ ਅੰਗਰੇਜ਼ ਦਾ ਰਾਜ ਹੋਣਾ ਨਹੀਂ, ਅੱਗੇ ਵਧਣਾ ਹੈ। ਸੋ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਭਾਰੀ ਬਲ ਵਾਲੇ ਸਨ, ਪਰ ਕੁਝ ਸਿੱਖ ਰਾਜਿਆਂ ਦੀਆਂ ਗਦਾਰੀਆਂ ਕਰਕੇ ਜਿਹੜੇ ਰਾਜੇ ਅਜੇ ਵੀ ਰਿਆਸਤਾਂ ਵਿੱਚ ਬੈਠੇ ਰਾਜ ਕਰਦੇ ਜਾਂ ਪਹਿਲਾਂ ਕਰਦੇ ਸਨ, ਜਿਹੜੀਆਂ ਰਿਆਸਤਾਂ ਸਤਲੁਜ ਤੋਂ ਦਰਿਆ ਤੋਂ ਇਸ ਪਾਸੇ ਸਨ, ਉਹ ਸਾਰੀਆਂ ਰਿਆਸਤਾਂ ਜਾ ਕੇ ਅੰਗਰੇਜ਼ਾਂ ਦੇ ਨਾਲ ਰਲ ਗਈਆਂ। ਜਿਵੇਂ ਮਹਾਰਾਜਾ ਪਟਿਆਲਾ ਹੈ, ਇਹ ਨਾਭੇ ਵਾਲੇ ਰਾਜੇ, ਜੀਂਦ ਵਾਲੇ ਰਾਜੇ, ਜਿਹੜੇ ਰਾਜੇ ਸਾਈਡ ਦੇ ਸਨ ਸਾਰੇ ਜਾ ਕੇ ਅੰਗਰੇਜ਼ਾਂ ਦੇ ਹਵਾਈਤੀ ਬਣ ਗਏ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਰਹਿ ਕੇ ਰਾਜ ਨਹੀਂ ਕਰਨਾ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਸੀਂ ਸਾਡੇ ਨਾਲ ਮਿਲੋ, ਆਪਾਂ ਮਹਾਰਾਜਾ ਰਣਜੀਤ ਸਿੰਘ ਨਾਲ ਜੰਗ ਕਰੀਏ। ਤੇ ਇਸ ਤਰ੍ਹਾਂ ਫਿਰ ਬੜੀ ਵੱਡੀ ਫੌਜ ਅੰਗਰੇਜ਼ਾਂ ਦੀ ਲੈ ਕੇ ਕੁਝ ਆਪ ਨਾਲ ਮਦਦ ਕਰਕੇ ਤੇ ਫਿਰ ਸਤਲੁਜ ਦਰਿਆ ਦੀ ਸੰਧੀ ਹੋਈ ਸੀ ਰੋਪੜ ਦੇ ਵਿੱਚ। ਅੱਜ ਵੀ ਉੱਥੇ ਜਿਹੜੀਆਂ ਨਿਸ਼ਾਨੀਆਂ ਨੇ ਉਸ ਵੇਲੇ ਦੀਆਂ ਉਹ ਆਪਾਂ ਨੂੰ ਵੇਖਣ ਵਾਸਤੇ ਮਿਲਦੀਆਂ। ਰੋਪੜ ਸੰਧੀ ਹੋਈ ਸੀ, ਫਿਰ ਰਾਜ ਭਾਗ ਦੀ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਿਹੜੇ ਘੋੜੇ ਨੇ ਉਹ ਜਮਨਾ ਦਾ ਦਿੱਲੀ ਦਾ ਪਾਣੀ ਨਹੀਂ ਪੀਣਗੇ, ਉਹ ਸਤਲੁਜ ਦਾ ਪਾਣੀ ਪੀ ਕੇ ਪਿੱਛੇ ਮੁੜਨਗੇ ਵੀ ਇੱਥੋਂ ਤੱਕ ਇਹ ਰਾਜ ਦੀ ਹੱਦ ਹੋਵੇਗੀ। ਇਸ ਤਰ੍ਹਾਂ ਨਾਲ ਦੇ ਜਿਹੜੇ ਸੰਗੀ ਸਿੱਖ ਰਾਜੇ ਸਨ ਰਿਆਸਤਾਂ ਦੇ, ਉਹਨਾਂ ਨੇ ਦਗਾ ਕਰਕੇ ਗੋਰਿਆਂ ਅੰਗਰੇਜ਼ਾਂ ਦਾ ਸਾਥ ਕਬੂਲਣਾ ਠੀਕ ਸਮਝਿਆ ਅਤੇ ਉਹਨਾਂ ਨੂੰ ਆਪ ਅੱਗੇ ਲਿਆ ਕੇ ਤੇ ਕੰਮ ਕੀਤਾ। ਇਸ ਤਰ੍ਹਾਂ ਦਾ ਦਗਾ ਕਮਾਇਆ। ਉਹ ਵਿਚਾਰ ਸੋ ਇਹ ਸਿੱਖ ਪੁੱਛਦੇ ਪਏ, ਮਹਾਰਾਜ ਕਹਿਣ ਲੱਗੇ ਨਹੀਂ, ਸਾਡਾ ਖਾਲਸਾ ਵੀ ਬਾਰ-ਬਾਰ ਹੀ ਹੋਵੇਗਾ, ਭਾਵ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਤਕੜਾ ਹੋਣਾ ਹੈ। ਮੈਂ ਪਾਲਕ ਦੋਏ ਦਿਸ਼ਲ ਕੇ ਮੈਂ ਰਹਾ ਤੇ ਸਵਾਰੀ ਤੇ ਦੋਹਾਂ ਪਾਸਿਆਂ ਦੇ ਰਾਜੇ ਉਸ ਵੇਲੇ ਆਪਸ ਵਿੱਚ ਮਿਲਣਗੇ ਇੱਕ ਦੂਜੇ ਦੇ ਨਾਲ ਬਾਤ ਕਰਨ ਵਾਸਤੇ। ਓਏ ਬਖੇਰਾ ਪਰਸਪਰ ਐਸੇ ਇਛ ਧਾਰੀ, ਇਹ ਦੋਨਾਂ ਪਾਸਿਆਂ ਤੋਂ ਗੱਲਬਾਤ ਕਰਨ ਤੋਂ ਵੀ ਝਗੜਾ ਨਹੀਂ ਮੁੱਕੇਗਾ, ਝਗੜਾ ਬਣਿਆ ਹੀ ਰਹੇਗਾ। ਤੇ ਬਾਕੀ ਹੀ ਭਾਵੇਂ ਕਿ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੀਟਿੰਗਾਂ ਕਰਦੇ ਰਹੇ, ਪਰ ਉਹ ਝਗੜਾ ਰੁਕਿਆ ਨਹੀਂ, ਵੱਧਦਾ ਹੀ ਗਿਆ ਤੇ ਵੱਧਦਾ ਅੱਗੇ ਵੱਧ ਗਿਆ, ਉਹ ਰਾਜ ਭਾਗ ਜਾਂਦਾ ਰਿਹਾ। ਤੋ ਮਹਾਰਾਜ ਬਚਨ ਕਰਦੇ ਕਹਿਣ ਲੱਗੇ ਖਾਲਸਾ ਜੀ ਇਹਨਾਂ ਦਾ ਝਗੜਾ ਆਪਸ ਵਿੱਚ ਵਧੇਗਾ ਤੇ ਇੱਕ ਦੂਜੇ ਨਾਲ ਇਹ ਝਗੜਾ ਬਣਿਆ ਰਹਿਣਾ ਹੈ। ਉਹ ਸਭ ਨੂੰ ਖਾਲਸਾ ਉਹ ਨਿਵਲ ਕਰਨਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਦੇ ਸਾਡਾ ਖਾਲਸਾ ਤਾਕਤ ਵਾਲਾ ਹੋ ਜਾਏਗਾ ਤੇ ਅੰਗਰੇਜ਼ ਇਹਨਾਂ ਦੇ ਸਾਹਮਣੇ ਕਮਜ਼ੋਰ ਪੈ ਜਾਏਗਾ। ਕਦੇ ਕੋਈ ਸਮਾਂ ਇਹੋ ਜਿਹਾ ਆਵੇਗਾ ਕਿ ਸਾਡਾ ਖਾਲਸਾ ਤਾਕਤ ਵਾਲਾ ਹੋਵੇਗਾ ਅਤੇ ਅੰਗਰੇਜ਼ ਇਹਨਾਂ ਦੇ ਅੱਗੇ ਗੋਡੇ ਟੇਕੇਗਾ, ਇਹਨਾਂ ਦੇ ਅੱਗੇ ਕਮਜ਼ੋਰ ਹੋ ਜਾਏਗਾ। ਉਹ ਨਿਵਲ ਮਨ ਮੰਨਦਾ ਹੈ ਇਹ ਸਭ ਕਰਨਗੇ। ਤੇ ਕਦੇ ਸਾਡਾ ਖਾਲਸਾ ਜਿਹੜਾ ਹੈ ਉਹ ਕਮਜ਼ੋਰ ਹੋ ਜਾਏਗਾ ਤੇ ਅੰਗਰੇਜ਼ ਬਲ ਪੜ ਜਾਵੇਗਾ। ਇਸ ਤਰ੍ਹਾਂ ਦਾ ਸਮਾਂ ਚੱਲਦਾ ਹੀ ਰਹਿਣਾ। ਕਦੇ ਉਧਰ ਤਾਕਤ ਹੋਵੇਗੀ ਤੇ ਅੰਗਰੇਜ਼ਾਂ ਨੂੰ ਟੱਕਰ ਦੇਣਗੇ, ਕਦੇ ਅੰਗਰੇਜ਼ਾਂ ਨੂੰ ਤਾਕਤ ਹੋਵੇਗੀ ਜੋ ਸਿੱਖਾਂ ਨੂੰ ਟੱਕਰ ਦੇਣਗੇ। ਐਸਾ ਸਮਾਂ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਬਣਨਾ ਹੈ। ਰਹਿ ਖਾਲਸਾ ਜਬ ਲਗ ਨਿਆਰੋ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਸਾਡਾ ਖਾਲਸਾ ਰਹੇਗਾ ਨਿਆਰਾ ਤੋਂ ਭਾਵ ਇਹ ਹੈ ਵੀ ਕਿਸੇ ਤਰ੍ਹਾਂ ਦੇ ਪਖੰਡ ਵਿੱਚ ਨਹੀਂ ਪਵੇਗਾ, ਕਿਸੇ ਤਰ੍ਹਾਂ ਦੇ ਆਪਣੇ ਸਰੀਰ ਦੇ ਆਚਰਣ ਨੂੰ ਉੱਚਾ ਰੱਖੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੈ ਰੱਖੇਗਾ, ਗੁਰਬਾਣੀ ਨੂੰ ਪੜ੍ਹਨ ਵਾਲੇ ਹੋਣਗੇ, ਨਿਤਨੇਮੀ ਹੋਣਗੇ, ਜੀਵਨ ਵਾਲੇ ਹੋਣਗੇ। ਜਿੰਨਾ ਚਿਰ ਸਾਡਾ ਖਾਲਸਾ ਨਿਆਰਾ ਰਹੇਗਾ ਨਾ ਭਾਈ, ਕਹਿ ਲਗੇ ਉਹਨਾਂ ਸਮਾਂ ਅਬਲਗ ਤੇਜ ਦਿਓ ਮਸਵਾਰ, ਉਹਨਾਂ ਚਿਰ ਅਸੀਂ ਪੂਰਾ ਤੇਜ ਪ੍ਰਤਾਪ ਇਹਨਾਂ ਨੂੰ ਬਖਸ਼ਾਂਗੇ, ਉਹਨਾਂ ਚਿਰ ਪੂਰਾ ਤੇਜ ਪ੍ਰਤਾਪ ਇਹਨਾਂ ਨੂੰ ਦੇਵਾਂਗੇ। ਤੇ ਗੁਰੂ ਜਿਨ੍ਹਾਂ ਸਿੱਖਾਂ ਨੇ ਰਾਜ ਜਿਹੜਾ ਕਾਇਮ ਕੀਤਾ ਨਾ, ਰਾਜ ਦਾ ਮੁੱਢ ਬੱਧਾ, ਉਹਨਾਂ ਦਾ ਵਾਕਿਆ ਹੀ ਬੜਾ ਸੋਹਣਾ ਜੀਵਨ ਹੈ।
ਉਹ ਘੋੜਿਆਂ ਦੀ ਜਿੱਤ ਚੁੱਕਦਿਆਂ ਵੀ ਇਹ ਗੱਲ ਕਹਿੰਦੇ ਵੀ ਨਵਾਬੀ ਤਾਂ ਲੈਣੀ ਹੈ, ਪਹਿਲਾਂ ਪੰਜਾਂ ਸਿੰਘਾਂ ਦੇ ਚਰਨਾਂ ਦੇ ਨਾਲ ਉਹ ਨਵਾਬੀ ਲਾਈ ਜਾਵੇ। ਤੇ ਸੇਵਾ ਨੂੰ ਮੁੱਖ ਸਮਝਦੇ ਸਨ ਨਵਾਬ ਕਪੂਰ ਸਿੰਘ ਵਰਗੇ ਅਤੇ ਹੋਰ ਜਿਹੜੇ ਚੜ੍ਹਦੀ ਕਲਾ ਵਾਲੇ ਸਿੱਖ ਸਨ, ਬੜੇ ਜੀਵਨ ਵਾਲੇ ਸਨ, ਉੱਚਾ ਸੁੱਚਾ ਜੀਵਨ, ਜਿਵੇਂ ਹਰੀ ਸਿੰਘ ਨਲੂਏ ਵਰਗੇ ਹੋਏ, ਪੂਰੇ ਜਪਸਰ ਦੇ ਪੱਕੇ ਔਰ ਬੰਦਗੀ ਵਾਲੇ ਸਨ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੀ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਕੋਈ ਜਲ ਪਾਣੀ ਭੋਜਨ ਨਾ ਛਕਦੇ। ਐਸਾ ਜੀਵਨ ਪਹਿਲੇ ਪੈਰ ਕਿ ਜਦੋਂ ਰਾਜ ਭਾਗ ਨਹੀਂ ਸੀ ਮਿਲਿਆ, ਜੰਗਲਾਂ ਦੇ ਵਿੱਚ ਰਹਿੰਦੇ, ਜੰਗ ਯੁੱਧ ਚੱਲਦੇ, ਉਦੋਂ ਐਸਾ ਜੀਵਨ ਖਾਲਸੇ ਦਾ ਰਿਹਾ, ਸਿੰਘਾਂ ਦਾ ਰਿਹਾ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਐਸਾ ਤਗੜਾ ਜੀਵਨ ਰਹੇਗਾ, ਉਹਨਾਂ ਚਿਰ ਇਹਨਾਂ ਦੀ ਮਾਂ ਵੱਲ ਕੋਈ ਨਹੀਂ ਵੇਖੇਗਾ, ਇਹਨਾਂ ਨੂੰ ਕੋਈ ਡਰਾ ਨਹੀਂ ਸਕੇਗਾ, ਅਸੀਂ ਇਹਨਾਂ ਨੂੰ ਪੂਰੀ ਤਾਕਤ ਬਖਸ਼ਿਸ਼ ਕਰਾਂਗੇ। ਪਰ ਮਹਾਰਾਜ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਫਿਰ ਮੋਹ ਦੇ ਵਿੱਚ ਪੈ ਜਾਣਗੇ, ਮੋਹ ਦੀ ਭਾਈ ਇਹਨਾਂ ਨੂੰ ਪੈ ਜਾਣੀ ਹੈ। ਜਿਹੜਾ ਇਹਨਾਂ ਦਾ ਉੱਚਾ ਸੁੱਚਾ ਜੀਵਨ ਉਹ ਰਹਿਣਾ ਨਹੀਂ, ਜੀਵਨ ਇਹਨਾਂ ਦਾ ਘਟ ਜਾਏਗਾ ਤੇ ਮਾੜਿਆਂ ਕਰਮਾਂ ਵਾਲੇ ਪਾਸੇ ਚੱਲ ਪੈਣਗੇ। ਜਦੋਂ ਸਾਡਾ ਖਾਲਸਾ ਮੋਹ ਦੀ ਫਾਂਸੀ ਵਿੱਚ ਵੱਜ ਗਿਆ ਹੈ, ਆਪਣੇ ਪੁੱਤਰ ਧੀਆਂ ਦੇ ਮੋਹ ਵਿੱਚ ਪੈ ਜਾਣਗੇ, ਆਪਣੇ ਘਰਾਂ ਨੂੰ ਬਣਾਉਣ ਵਾਸਤੇ, ਬਚਾਉਣ ਵਾਸਤੇ, ਅੱਗੇ ਵਧਣ ਵਾਸਤੇ ਐਸੇ ਯਤਨ ਕਰਨਗੇ ਤੇ ਫਿਰ ਮਹਾਰਾਜ ਕਹਿਣਗੇ ਉਸ ਵੇਲੇ ਸਮਾਂ ਬਣਨਾ ਹੈ। ਰਿਸ਼ਵਤ ਲਈ ਇਹ ਗਊਆਂ ਚਾਰਨਗੇ, ਐਸਾ ਸਮਾਂ ਆਵੇਗਾ ਗਾਵਾਂ ਨੂੰ ਚਾਰਨਾ ਧਰਮ ਸਮਝ ਲੈਣਗੇ ਕਿ ਗਾਵਾਂ ਚਾਰਨੀਆਂ ਬੜਾ ਵੱਡਾ ਪੁੰਨ ਹੈ। ਅੱਜ ਵੀ ਕਈ ਨਾ ਜਥੇਬੰਦੀਆਂ ਗਾਵਾਂ ਦੇ ਬੜੇ ਬੜੇ ਵੱਡੇ ਪੱਗ ਰੱਖੇ ਹੋਏ ਤੇ ਗਾਵਾਂ ਚਾਰਦੇ, ਬੜਾ ਧਰਮ ਦਾ ਕੰਮ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗਾਵਾਂ ਹੱਕਣਗੇ ਆਉਣ ਵਾਲੇ ਸਮੇਂ ਵਿੱਚ, ਜਦੋਂ ਇਹਨਾਂ ਦਾ ਚੰਗਾ ਜੀਵਨ ਨਾ ਰਹਿ ਗਿਆ। ਜਿਹੜੇ ਮੁਖੀ ਸਿੱਖ ਹੋਣਗੇ, ਰਾਜੇ ਹੋਣਗੇ ਜਾਂ ਹੋਰ ਵੱਡਿਆਂ ਅਹੁਦਿਆਂ ਦੇ ਸਿੱਖ ਹੋਣਗੇ, ਇਹ ਮੋਹ ਦੇ ਵਿੱਚ ਫਸ ਜਾਣਗੇ ਤੇ ਫਿਰ ਇਹਨਾਂ ਦਾ ਜੀਵਨ ਡਿੱਗ ਪਵੇਗਾ, ਜੀਵਨ ਟੁੱਟ ਜਾਵੇਗਾ। ਤੇ ਗੁਰਮੁਖੋ ਜਦੋਂ ਇਹ ਰਾਜ ਭਾਗ ਜਾਂਦੀਆਂ ਗੱਲਾਂ ਹੋਈਆਂ ਨਾ, ਉਸ ਵੇਲੇ ਵਾਕਈ ਜਿਹੜੇ ਸਰਦਾਰ ਸਨ ਉਹਨਾਂ ਦਾ ਜੀਵਨ ਕਮਜ਼ੋਰ ਹੋ ਗਿਆ ਸੀ। ਉਹ ਸ਼ਰਾਬ ਪੀਣ ਲੱਗ ਪਏ, ਬੇਸਵਾ ਗਾਮੀ ਹੋ ਗਏ ਤੇ ਕਈ ਤਰ੍ਹਾਂ ਦੀਆਂ ਉਹ ਵੈਰਤਾਂ ਕਰਨ ਲੱਗ ਪਏ, ਜੀਵਨ ਡਿੱਗ ਪਏ ਸਨ। ਇੱਥੋਂ ਤੱਕ ਕਿ ਬੁੱਤ ਪੂਜਾ ਤੇ ਮੂਰਤੀ ਪੂਜਾ ਵੀ ਉਹਨਾਂ ਸਰਦਾਰਾਂ ਨੇ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਤੇਜ ਪ੍ਰਤਾਪ ਘਟਿਆ ਤੇ ਰਾਜ ਚੱਲਦਾ ਰਿਹਾ। ਮਹਾਰਾਜ ਕਹਿਣ ਲੱਗੇ ਸਮਾਂ ਆਵੇਗਾ ਕਿ ਸਾਡਾ ਖਾਲਸਾ ਸਮਝੇਗਾ, ਸਾਡੇ ਸਿੱਖ ਸਮਝਣਗੇ ਕਿ ਗਾਵਾਂ ਚਰਾਉਣਾ ਪੁੰਨ ਹੈ। ਇਹ ਗਾਵਾਂ ਚਰਾਉਣਗੇ, ਗਾਵਾਂ ਚਾਰਨਗੇ, ਪਰ ਗੁਰੂ ਦੀ ਦੱਸੀ ਮਰਿਆਦਾ ਛੱਡ ਦੇਣਗੇ। ਗੁਰੂ ਦੀ ਮਰਿਆਦਾ ਇਹ ਹੈ ਕਿ ਸ਼ਸਤਰ ਧਾਰਨ ਕਰਨਾ ਅਤੇ ਬਾਣੀ ਪੜ੍ਹਨੀ ਹੈ, ਸ਼ਸਤਰ ਦਾ ਅਭਿਆਸ ਕਰਨਾ ਹੈ। ਇਹ ਸ਼ਸਤਰ ਦਾ ਅਭਿਆਸ ਵੀ ਛੱਡ ਦੇਣਗੇ, ਬਾਣੀ ਪੜ੍ਹਨੀ ਵੀ ਛੱਡ ਦੇਣਗੇ, ਅੰਮ੍ਰਿਤ ਵੇਲਾ ਵੀ ਹੋ ਜਾਵੇਗਾ, ਕੇਵਲ ਗਾਵਾਂ ਨੂੰ ਚਾਰਨ ਵਾਸਤੇ ਤੁਰ ਪੈਣਗੇ। ਇਸ ਤਰ੍ਹਾਂ ਜੀਵਨ ਇਹਨਾਂ ਦਾ ਡਿੱਗਣਾ ਹੈ, ਜੀਵਨ ਇਹਨਾਂ ਦਾ ਗਿਰ ਜਾਣਾ ਹੈ। ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਜਾਂ ਇਸ ਤਰ੍ਹਾਂ ਵੀ ਕਹਿ ਦਿੰਦੇ, ਕਹਿਣ ਲੱਗੇ ਵੀ ਇਹ ਪੈਸੇ ਲੈ ਕੇ ਗਾਵਾਂ ਹੱਕਣਗੇ। ਜਿਵੇਂ ਗੁੱਜਰ ਹੁੰਦੇ, ਗੁੱਜਰ ਦਿਹਾੜੀ ਲੈ ਲੈਂਦੇ ਜਾਂ ਮਹੀਨੇ ਦੇ ਪੈਸੇ ਲੈ ਲੈਂਦੇ ਵੀ ਇੰਨਾ ਮਹੀਨਾ ਲਵਾਂਗਾ ਮੈਂ ਤੁਹਾਡੀਆਂ ਗਾਵਾਂ ਚਾਰ ਕੇ ਲਿਆਵਾਂਗਾ। ਕਹਿਣ ਲੱਗੇ ਸਰਦਾਰ ਇਹੋ ਜਿਹਾ ਹੋਣਗੇ, ਗੁਰੂ ਦੀ ਸਿੱਖੀ ਛੱਡ ਕੇ, ਗੁਰੂ ਦੀ ਬਾਣੀ ਛੱਡ ਕੇ, ਨਾਮ ਬਾਣੀ ਛੱਡ ਕੇ, ਸ਼ਸਤਰ ਦਾ ਪਹਿਰਾ ਛੱਡ ਕੇ, ਉੱਚੀ ਸੁੱਚੀ ਮਰਿਆਦਾ ਛੱਡ ਕੇ ਗਾਵਾਂ ਨੂੰ ਚਾਰਨ ਦੇ ਪੈਸੇ ਜਾਂ ਗਾਵਾਂ ਚਾਰਨ ਵਾਲੇ ਕੰਮ ਵਾਲੇ ਪਾਸੇ ਲੱਗਣਾ ਹੈ। ਅਤੇ ਇਸੇ ਤਰ੍ਹਾਂ ਰਿਸ਼ਵਤ ਲਈ ਇਹ ਰਿਸ਼ਵਤ ਲੈਣ ਲੱਗ ਪੈਣਗੇ। ਲੋਕਾਂ ਦੇ ਕੋਲੋਂ ਕੰਮ ਤੇਰਾ ਕਰਵਾ ਦਿਆਂਗਾ, ਪਰ ਇੰਨੀ ਮਾਇਆ ਲੱਗੇਗੀ ਦਲਾਲ ਬਣ ਜਾਣਗੇ। ਇਹ ਕੰਮ ਦੇ ਵਿੱਚ ਦਲਾਲੀ ਭਰਨਗੇ। ऐसा इनका जीवन गिर जाना है। ऐसे ये माड़े कर्म साडे सिख करन लग पैणगे। जदों ये माड़े कर्मां विच पै गए फिर इन्हां दा राज इन्हां दे कोल रहेगा नहीं, राज गर्क हो जाएगा। ऐसे इन्हां ने माड़े कर्मां विच पैना है। धी भैन का पैसा खावे, फिर अपनी धी भैन दा पैसा खाण लग पैणगे। धी दी जमीन दे उपर घर दे उपर कब्जा कर लिया, पहलां धी नूं विआह लिया, फिर विआह के आख्या भी हुण सहुरिਆਂ नाल कलेश पाला, कलेश पा के जी उधरों प्रॉपर्टी आई धन आया वो काबिल हो जाएंगे। इस तरह धीआं दी जमीन खाएंगे, घर खा लैणगे। जां धी नूं पढ़ा के नौकरी ते लाया, उसकी तनख्वाह उसका पैसा खाई जाना, उन्होंने तोड़ना ना, ब्योना ना, अपना फायदा सोचना। कह लगे भी ऐसा जीवन इन्हां दा गिरेगा कि ये धी भैन नूं वेचण तक भी चले जाणगे अते उसकी कमाई का फिर पैसा खाणगे। ਧੀਆਂ ਨੂੰ ਨਚਾਉਣਗੇ ਸਭ ਨੇ, ਜਿਵੇਂ ਅੱਜ ਡਾਂਸਰਾਂ ਲੱਗਦੀਆਂ ਨੇ, ਇਸ ਤਰ੍ਹਾਂ ਨਚਾ ਕੇ ਵੇਚ ਕੇ ਉਹਨਾਂ ਦੀ ਕਮਾਈ ਖਾ ਕੇ ਆਪਣਾ ਜੀਵਨ
ਬਰਬਾਦ ਕਰਦੇ ਹਨ। ਬੈਠ ਦੁਲੀਚੇ ਨਿਉ ਕਮਾਵੇ। ਅਤੇ ਇਹਨਾਂ ਦੇ ਨਿਆਉ ਜਿਹੜੇ ਹੋਣਗੇ ਨਾ ਉਸ ਵੇਲੇ ਗੱਦੀਆਂ ਲਾ ਕੇ ਖੜਨਗੇ। ਪਹਿਲੇ ਸਮਿਆਂ ਵਿੱਚ ਜਦੋਂ ਕਿਤੇ ਨਿਆਂ ਦੀ ਗੱਲ ਹੁੰਦੀ ਸੀ ਨਾ ਤੇ ਮਹਾਰਾਜ ਦੇ ਜੀਵਨ ਬੜੇ ਬਾਣੀ ਪੜਨ ਵਾਲੇ ਉਹਨਾਂ ਨੇ ਕਿਸੇ ਰੁੱਖ ਦੀ ਛਾਵੇਂ ਬੈਠ ਜਾਣਾ ਕੁਰਸੀ ਢਾ ਕੇ, ਜਾਂ ਕੋਈ ਕਪੜਾ ਵਿਛਾ ਕੇ ਚਲੋ ਭਾਈ ਇੱਥੇ ਹੀ ਆਪਾਂ ਨਿਆਂ ਕਰ ਲਈਏ ਵੀ ਧਰਤੀ ਤੇ ਬੈਠ ਕੇ ਸਾਦਗੀ ਰੱਖਣਗੇ, ਆਪਣੇ ਕੋਲ ਸਾਦੇ ਰਹਿਣਗੇ ਔਰ ਨਿਆਂ ਇਹਨਾਂ ਦੇ ਸੱਚੇ ਹੋਣਗੇ। ਔਰ ਕਹਿ ਲੱਗੇ ਜਦੋਂ ਕਲਯੁਗ ਦਾ ਸਮਾਂ ਆਵੇਗਾ ਇਹਨਾਂ ਦੀ ਸਾਦਗੀ ਚਲੇ ਜਾਏਗੀ, ਐਸ਼ੋ ਆਰਾਮ ਦੇ ਵਿੱਚ ਪੈ ਜਾਣਗੇ। ਫਿਰ ਵੱਡੀਆਂ ਵੱਡੀਆਂ ਮਹਿਫਲਾਂ ਲੱਗੀਆਂ ਕਰਨਗੀਆਂ, ਵੱਡੇ ਵੱਡੇ ਸੋਫੇ ਤੇ ਗੱਦਿਆਂ ਦੇ ਉੱਪਰ ਬੈਠਿਆ ਕਰਨਗੇ, ਕਈ ਤਰ੍ਹਾਂ ਦੇ ਨਸ਼ੇ ਵਰਤਿਆ ਕਰਨਗੇ ਅਤੇ ਬੇਈਮਾਨੀ ਦਾ ਇਨਸਾਫ ਕਰਿਆ ਕਰਨਗੇ। ਕਲਯੁਗ ਦਾ ਵਰਤਾਰਾ ਹੈ। ਮਹਾਰਾਜ ਨੇ ਕਈ 100 ਸਾਲ ਪਹਿਲਾਂ ਜਿਹੜੇ ਵਚਨ ਅੱਜ ਹੁੰਦੇ ਪੈਣ ਉਹ ਮਹਾਰਾਜ ਦੱਸਦੇ ਪਏ ਵੀ ਇਸ ਤਰ੍ਹਾਂ ਦਾ ਜੀਵਨ ਇਹਨਾਂ ਦਾ ਹੋ ਜਾਣਾ, ਸਾਦਗੀ ਚਲੇ ਜਾਣੀ ਹੈ, ਐਸ਼ੋ ਆਰਾਮ ਦੇ ਵਿੱਚ ਬਹਿਣਗੇ, ਗਲੀਚੇ ਇਹਨਾਂ ਦੇ ਵਿਛਣਗੇ, ਮਖਮਲੀ ਸੋਹਣੇ ਸੋਹਣੇ ਸੋਫੇ ਲੱਗਿਆ ਕਰਨਗੇ, ਸੋਹਣੇ ਘਰ ਬੈਠਣਾ ਬਣਿਆ ਕਰਨਗੀਆਂ। ਉਹਨਾਂ ਦੇ ਵਿੱਚ ਫਿਰ ਪਰਦੇ ਦੇ ਵਿੱਚ ਇਹ ਫੈਸਲਾ ਕਰਿਆ ਕਰਨਗੇ, ਅੰਦਰ ਬੈਠ ਕੇ ਨਾ ਕੁੰਡੀ ਲਾ ਕੇ ਕਿ ਆਪਸ ਵਿੱਚ ਇੱਕ ਦੂਜੇ ਨਾਲ ਗੰਢ ਤੋਪ ਕਰਨਗੇ ਵੀ ਇੰਨੀ ਮਾਇਆ ਲੱਗੇਗੀ ਤੇ ਤੇਰੇ ਹੱਕ ਦਾ ਫੈਸਲਾ ਹੋਵੇਗਾ। ਇਸ ਤਰ੍ਹਾਂ ਦੂਜਿਆਂ ਕੋਲੋਂ ਮਾਇਆ ਲੈ ਕੇ ਪਾਪ ਦੇ ਫੈਸਲੇ ਇਹਨਾਂ ਨੇ ਕਰਨੇ ਹਨ। ਵਾਚਨ ਵੇਦ ਗਿਰਾ ਗੁਰ ਛੁੱਟ। ਗੁਰੂ ਦੀ ਬਾਣੀ ਛੱਡ ਦੇਣਗੇ, ਪੜ੍ਹਦੇ ਆਖਣਗੇ ਗੁਰੂ ਦੀ ਬਾਣੀ ਚੋਂ ਕੀ ਮਿਲਦਾ ਹੈ। ਇਹ ਵੇਦਾਂ ਸ਼ਾਸਤਰਾਂ ਦੇ ਮੰਤਰ ਪੜਿਆ ਕਰਨਗੇ। ਅੱਜ ਗੁਰੂ ਬਹੁਤੇ ਸਿੱਖਾਂ ਦੀ ਇਹੋ ਆਦਤ ਹੈ। ਕਿਸੇ ਨੇ ਗਾਇਤਰੀ ਮੰਤਰ ਸਿੱਧ ਕੀਤਾ ਹੈ, ਕਿਸੇ ਨੇ ਕੁਰਾਨ ਦਾ ਮੰਤਰ ਸਿੱਧ ਕੀਤਾ ਹੈ। ਇਹ ਮੰਤਰ ਪੜਨ ਵਾਲੇ ਪਾਸੇ ਲੱਗੇ ਹੋਏ। ਮਹਾਰਾਜ ਕਹਿਣ ਲੱਗੇ ਕਲਯੁਗ ਦਾ ਸਮਾਂ ਹੀ ਐਸਾ ਹੋਣਾ ਹੈ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨੋਂ ਛੱਡ ਦੇਣੀ ਹੈ। ਇਹ ਵੇਦਾਂ ਦੇ ਸ਼ਲੋਕ ਪੜਿਆ ਕਰਨਗੇ, ਗਾਇਤਰੀ ਮੰਤਰ ਪੜਿਆ ਕਰਨਗੇ, ਕੁਰਾਨ ਦੇ ਮੰਤਰ ਪੜਿਆ ਕਰਨਗੇ। ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਜੇ ਪਰ ਧਰਮ ਕਰ ਜੀਵੈ ਮੋਢਾ। ਅਤੇ ਮਹਾਰਾਜ ਕਹਿਣ ਲੱਗੇ ਵੀ ਇਹ ਬ੍ਰਾਹਮਣਾਂ ਦੇ ਵਾਂਗ ਬ੍ਰਾਹਮਣਾਂ ਦੇ ਕਰਮ ਕਰਕੇ ਤੇ ਉਹੋ ਜਿਹੇ ਜੀਵਨ ਇਹਨਾਂ ਦਾ ਹੋ ਜਾਵੇਗਾ ਜਿਵੇਂ ਬਿਲਕੁਲ ਧਰਮ ਧਾਰਨ ਕਰਨਗੇ ਵੀ ਥਾਵਾਂ ਥਾਵਾਂ ਤੇ ਪੂਜਾ ਦੇ ਸਥਾਨ ਬਣਾ ਦੇਣਗੇ। ਆਹ ਮੇਰਾ ਸਥਾਨ ਹੈ, ਆਹ ਤੇਰਾ ਸਥਾਨ ਹੈ। ਉਸ ਸਥਾਨ ਦੀ ਪੂਜਾ ਕਰਾਉਣਗੇ ਤੇ ਆਪਣਾ ਗੁਜ਼ਾਰਾ ਕਰਨਗੇ। ਗੁਰੂ ਕੋ ਇਸੇ ਤਰ੍ਹਾਂ ਹੀ ਵਰਤਾਰਾ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਹੈ। ਕਿਸੇ ਨੇ ਆਪਣੇ ਵਾਸਤੇ ਕੋਈ ਮੜੀ ਬਣਾ ਲਈ ਹੈ, ਕਿਸੇ ਨੇ ਕੋਈ ਜਠੇਰਾ ਬਣਾ ਲਿਆ, ਕਿਸੇ ਨੇ ਕੋਈ ਗੁੱਗਾ ਬਣਾ ਲਿਆ, ਇਸੇ ਤਰ੍ਹਾਂ ਕਿਸੇ ਨੇ ਆਪਣੇ ਨਾਂ ਦਾ ਗੁਰਦੁਆਰਾ ਬਣਾ ਲਿਆ ਕਿ ਇੱਥੇ ਆ ਕੇ ਪੂਜਾ ਕਰੋ ਤੇ ਮੈਨੂੰ ਧਨ ਦਿਓ। ਆਪ ਐਸ਼ ਵਿੱਚ ਪੈ ਜਾਣਗੇ। ਐਸੀ ਇਹਨਾਂ ਦੀ ਹਾਲਤ ਹੁੰਦੀ ਹੈ ਵੀ ਜਿਸ ਤਰ੍ਹਾਂ ਬ੍ਰਾਹਮਣ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਦਾ ਹੈ ਕਿ ਸਾਡੇ ਜਿਹੜੇ ਸਿੱਖ ਹੋਣਗੇ ਨਾ ਕਲਯੁਗ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹੋਣਗੇ। ਆਪੋ ਆਪਣੀਆਂ ਨਿੱਜੀ ਪ੍ਰਾਪਰਟੀਆਂ ਬਣਾ ਲੈਣਗੇ ਧਾਰਮਿਕ ਸਥਾਨ ਨੂੰ ਕਿ ਉਸ ਸਥਾਨ ਦੀ ਫਿਰ ਸਾਰੀ ਮਾਇਆ ਨੂੰ ਖਾ ਜਾਣਗੇ। ਐਸੀ ਇਹਨਾਂ ਦੀ ਮੱਤ ਜਿਹੜੀ ਪੁੱਠੀ ਹੋਣੀ ਹੈ। ਲਾਲ ਮਲੇਸ਼ੀ ਘਰ ਮੈਂ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਜੀਵਨ ਇੱਥੇ ਹੀ ਰੁਕੇਗਾ ਨਹੀਂ, ਇਹ ਬਰਬਾਦੀ ਵਾਲਾ ਜੀਵਨ ਮਹਾਰਾਜ ਦੱਸਦੇ ਪਏ ਵੀ ਹੋਣਾ ਕੀ ਹੈ। ਕਹਿਣ ਲੱਗੇ ਆਪਣਾ ਧਰਮ ਛੱਡ ਕੇ ਦੂਜੇ ਧਰਮ ਦੀਆਂ ਇਸਤਰੀਆਂ ਆਪਣੇ ਘਰ ਲਿਆ ਕੇ ਵਸਾ ਲੈਣਗੇ। ਜਿਸ ਤਰ੍ਹਾਂ ਕੋਈ ਮੰਨ ਲਓ ਸਿੱਖ ਧਰਮ ਨਾਲ ਸੰਬੰਧ ਰੱਖਦਾ ਜਾਂ ਸਿੰਘ ਹੈ, ਉਹ ਆਪਣਾ ਸਿੰਘ ਗੁਣਾ ਛੱਡ ਦੇਵੇਗਾ, ਜਾਂ ਕੋਈ ਸਿੱਖ ਹੈ ਉਹ ਸਿੱਖ ਗੁਣਾ ਛੱਡ ਕੇ ਹਿੰਦੂ ਬੀਬੀਆਂ ਨਾਲ ਵਿਆਹ ਕਰਾਉਣਗੇ, ਮੁਸਲਮਾਨੀਆਂ ਨਾਲ ਵਿਆਹ ਕਰਵਾ ਲੈਣਗੇ। ਇਸੇ ਤਰ੍ਹਾਂ ਗੋਰੀਆਂ ਅੰਗਰੇਜ਼ਾਂ ਦੇ ਨਾਲ ਵਿਆਹ ਕਰਵਾਉਣਗੇ ਕਿ ਕਲਯੁਗ ਦਾ ਵਰਤਾਰਾ ਇਹਨਾਂ ਦੇ ਉੱਪਰ ਐਸਾ ਵਰਤੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜੀਵਨ ਐਸਾ ਡਿੱਗਣਾ ਹੈ, ਐਸਾ ਗਿਰਨਾ ਹੈ ਕਿ ਆਪਣੇ ਧਰਮ ਦੀ ਮਰਿਆਦਾ ਛੱਡ ਕੇ ਦੂਜੇ ਧਰਮਾਂ ਨੂੰ ਅਪਣਾ ਲੈਣਗੇ ਜਾਂ ਦੂਜੇ ਧਰਮਾਂ ਦੀਆਂ ਇਸਤਰੀਆਂ ਨੂੰ ਅਪਣਾ ਲੈਣਗੇ, ਉਹਨਾਂ ਦੇ ਨਾਲ ਹੀ ਇਹ ਵਿਆਹ ਕਰਵਾਉਣਗੇ। ਐਸਾ ਇਹਨਾਂ ਸਿੱਖਾਂ ਦਾ ਜੀਵਨ ਜਿਹੜਾ ਹੈ ਉਹ ਦੁੱਖ ਭਰਿਆ ਹੋਣਾ ਹੈ। ਗੁਰੂ ਜੀ ਬਚਨ ਮਹਾਰਾਜ ਜੀਆਂ ਨੇ ਲਗਭਗ ਕੋਈ 500-550 ਸਾਲ ਪਹਿਲਾਂ ਮਹਾਰਾਜ ਸਾਹਿਬ ਜੀਆਂ ਨੇ 400-500 ਸਾਲ ਪਹਿਲਾਂ ਇਹ ਬਚਨ ਮਹਾਰਾਜ ਨੇ ਆਖੇ, ਜਿਹੜੇ ਅੱਜ ਆਪਾਂ ਵੇਖਦੇ ਪਏ ਹਾਂ। ਬਹੁਤ ਆਦ ਗੁਰੂ ਘਰਾਂ ਦੇ ਵਿੱਚ ਆ ਜਿਹੜੇ ਆਨੰਦ ਕਾਰਜ ਨੇ ਇਸੇ ਤਰ੍ਹਾਂ ਹੀ ਹੁੰਦੇ। ਬੀਬੀ ਕਿਸੇ ਧਰਮ ਦੀ ਹੈ, ਲੜਕਾ ਕਿਸੇ ਧਰਮ ਦਾ, ਕੋਈ ਕਿਸੇ ਧਰਮ ਦੇ ਵਿੱਚ ਵਿਆਹ ਕਰਾਉਂਦਾ, ਕੋਈ ਕਿਸੇ ਧਰਮ ਦੇ ਵਿੱਚ ਕਰਵਾਉਂਦਾ। ਮਹਾਰਾਜ ਕਹਿਣਗੇ ਭਾਈ ਕਲਯੁਗ ਦਾ ਵਰਤਾਰਾ ਇਹਨਾਂ ਦੇ ਉੱਪਰ ਆ ਕੇ ਵਰਤੇਗਾ। ਐਸਾ ਜੀਵਨ ਇਹਨਾਂ ਦਾ ਗਿਰਨਾ ਹੈ। ਅਤੇ ਕਹਿਣ ਲੱਗੇ ਵੀ ਇਹ ਵਕਾਰ ਭੋਗਣ ਲੱਗਿਆਂ ਵੀ ਕਦੇ ਸ਼ਰਮ ਨਹੀਂ ਮੰਨਣਗੇ। ਮੰਨ ਲਓ ਵੀ ਕੋਈ ਮਾੜਾ ਕੰਮ ਕਰਨਾ ਨਾ ਤੇ ਮਾੜੇ ਕਰਨ ਦੀ ਸ਼ਰਮ ਹੁੰਦੀ ਹੈ ਕਿ ਦੁਨੀਆ ਕੀ ਕਵੇਗੀ, ਦੁਨੀਆ ਕੀ ਆਖੇਗੀ। ਨਹੀਂ, ਸ਼ਰਮ ਲਾ ਕੇ ਪਰੇ ਹੀ ਕਰਦੇ ਨੇ ਕਿ ਸਾਨੂੰ ਕਿਸੇ ਦਾ ਡਰ ਨਹੀਂ ਹੈ। ਜਿੱਥੇ ਮਰਜ਼ੀ ਖੜ ਜਾਏ, ਸੜਕ ਤੇ, ਰਾਹ ਤੇ, ਹੋਟਲ ਤੇ,
ਆਉਣ ਜਾਣ ਵਾਲੀਆਂ ਥਾਵਾਂ ਤੇ ਸੁਣੀਆਂ ਥਾਵਾਂ ਤੇ ਕੁਕਰਮ ਕਰਨਗੇ, ਬੇਸ਼ਰਮ ਹੋ ਗਏ। ਦੁਨੀਆ ਮੂੰਹ ਪਾਸੇ ਕਰੇਗੀ ਪਰ ਇਹ ਨਹੀਂ ਆਪਣੇ ਕੁਕਰਮ ਕਰਨ ਤੋਂ ਹਟਣਗੇ। ਐਸਾ ਕਲਯੁਗ ਦਾ ਵਰਤਾਰਾ ਵਰਤੇਗਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਰਮ ਦੇ ਪਰਦੇ ਲਾ ਕੇ ਸਰਮ ਧਰਮ ਦੋਏ ਸ਼ਾਪਤ ਹੋਏ ਵਾਲਾ ਬਚਨ ਵੀ ਇਹ ਸ਼ਰਮ ਹਿਆ ਛੱਡ ਦੇਣਗੇ। ਕੁਕਰਮ ਕਰਨ ਵਾਸਤੇ ਗਲੀਆਂ ਮੋੜਾਂ ਦੇ ਉੱਤੇ ਖੜੋਤੇ ਤੁਹਾਨੂੰ ਦਿਖਾਈ ਦੇਣਗੇ, ਪਾਰਕਾਂ ਦੇ ਵਿੱਚ ਬੈਠੇ, ਹੋਟਲਾਂ ਦੇ ਵਿੱਚ ਜਾਂਦੇ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦੇ ਕੁਕਰਮ ਇਹਨਾਂ ਨੇ ਕਰਨੇ। ਆਉਣ ਵਾਲੇ ਸਮੇਂ ਵਿੱਚ ਐਸਾ ਜੀਵਨ ਗਿਰਨਾ ਹੈ। ਜਦ ਪੀਰ ਰਹਿ ਗੁਰੂ ਇਹ ਦੂਰ ਪੀਰ ਲੱਭਣਗੇ ਵੀ ਕਿਹੜੀ ਥਾਂ ਤੇ ਪੀਰ ਕੋਈ ਰਹਿੰਦਾ ਉੱਥੇ ਮੈਂ ਦੀਵਾ ਜਗਾ ਕੇ ਆਵਾਂ। ਕੋਈ 9 ਵਜਾ ਪੀਰ ਲੱਭੇਗਾ, ਕੋਈ ਲਾਲਾਂ ਵਾਲਾ ਪੀਰ ਲੱਭੇਗਾ, ਕੋਈ ਇਸੇ ਤਰ੍ਹਾਂ ਸ਼ੇਖ ਪੱਤਾ ਪੀਰ ਲੱਭ ਲਵੇਗਾ। ਇਹ ਪੀਰਾਂ ਨੂੰ ਲੱਭਦੇ ਫਿਰਨਗੇ ਕਿ ਫਲਾਣੀ ਥਾਂ ਤੇ ਕੋਈ ਪੀਰ ਰਹਿੰਦਾ, ਉਹਦੀ ਬੜੀ ਤੇ ਮੈਂ ਜਾ ਕੇ ਚਾਦਰ ਚੜਾਵਾਂ, ਉੱਥੇ ਜਾ ਕੇ ਉਹਦਾ ਦੀਵਾ ਜਗਾ ਕੇ ਆਵਾਂ। ਪੀਰਾਂ ਦੇ ਦਿਨ ਮਨਾਉਣ ਨਹੀਂ ਹਟਣਗੇ। ਵੀਰਵਾਰ ਨੂੰ ਪਤਾ ਦੀਵਾ ਇਹਨਾਂ ਦਾ ਜਗੇਗਾ, ਉੱਥੇ ਜਾ ਕੇ ਦੀਵੇ ਜਲਾਇਆ ਕਰਨਗੇ, ਚੌਲਾਂ ਦੀਆਂ ਦੇਗਾਂ ਲਾਇਆ ਕਰਨਗੇ, ਬੇਸਵਾ ਕੰਜਰੀ ਨੂੰ ਲਿਆ ਕੇ ਉੱਥੇ ਨਚਾਇਆ ਕਰਨਗੇ ਤੇ ਖਾੜੇ ਉੱਤੇ ਲੱਗਿਆ ਕਰਨਗੇ। ਕਹਿਣ ਲੱਗੇ ਵੀ ਇਹ ਕਲਯੁਗ ਦਾ ਵਰਤਾਰਾ ਹੈ ਕਿ ਸਾਡੇ ਸਿੱਖਾਂ ਦੀ ਹਾਲਤ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਪੀਰਾਂ ਨੂੰ ਮੰਨਣਗੇ ਜ਼ਰੂਰ ਪਰ ਗੁਰੂ ਨੂੰ ਨਹੀਂ ਕਦੇ ਮਨਾਉਣਗੇ। ਗੁਰੂ ਵਾਸਤੇ ਦਸਵੰਧ ਨਹੀਂ ਕੱਢ ਕੇ ਦੇਣਗੇ, ਗੁਰੂ ਦਾ ਦਿਨ ਨਹੀਂ ਕਦੇ ਮਨਾਉਣਗੇ, ਜਾਂ ਗੁਰੂ ਵਾਸਤੇ ਕੋਈ ਚੰਗਾ ਕਰਮ ਨਹੀਂ ਇਹਨਾਂ ਨੇ ਕਰਨਾ ਹੈ। ਗੁਰੂ ਨੂੰ ਛੱਡ ਦੇਣਗੇ ਅਤੇ ਕੁਕਰਮਾਂ ਵਾਲੇ ਪਾਸੇ ਉਹਨਾਂ ਨੇ ਲੱਗ ਜਾਣਾ ਹੈ। ਨਾਰੀ ਨਿਆਉ ਕਰੇ ਭਰਪੂਰ ਅਤੇ ਇਹ ਨਰ ਜਿਹੜਾ ਹੈ ਉਹ ਨਿਆਂ ਨਹੀਂ ਕਰਨਗੇ, ਬੰਦਿਆਂ ਵਾਲਾ ਨਿਆਂ ਨਹੀਂ ਕਰਨਗੇ। ਨਾਰੀ ਤੋਂ ਭਾਵ ਹੈ ਕਿ ਔਰਤਾਂ ਵਾਲਾ ਨਿਆਂ ਕਰਨਗੇ, ਔਰਤਾਂ ਦੇ ਭਾਵ ਜੇ ਕੋਈ ਨਿਆਂ ਦੀ ਗੱਲ ਕਰਨੀ ਹੈ ਨਾ ਤੇ ਸਾਹਮਣੇ ਇੱਕ ਠੋਕੇ ਨਹੀਂ ਕਹਿਣਗੇ ਵੀ ਆਹ ਗੱਲ ਇਹਨਾਂ ਦੇ ਇਦਾਂ ਹੋਣੀ ਚਾਹੀਦੀ ਹੈ। ਬੀਬੀਆਂ ਦੇ ਵਾਂਗ ਅੱਗੇ ਪਿੱਛੇ ਇੱਕ ਦੂਜੇ ਦੇ ਕੰਨਾਂ ਵਿੱਚ ਬੁੱਕਾਂ ਹੀ ਮਾਰਨਗੇ ਵੀ ਤੂੰ ਬਣਾਇਆ ਅੱਗੇ ਹੋ ਕੇ ਬੋਲ, ਤੂੰ ਆਹ ਗੱਲ ਕਹਿ ਮੈਂ ਤੇਰੇ ਨਾਲ ਆ। ਚੰਗਾ ਫੈਸਲਾ ਕੋਈ ਨਹੀਂ ਕਰ ਸਕਣਗੇ, ਡਰਦਿਆਂ ਡਰਦਿਆਂ ਹੀ ਫੈਸਲਾ ਕਰਨਗੇ ਤੇ ਡਰਦੇ ਹੀ ਰਹਿਣਗੇ। ਇਹ ਕਲਯੁਗ ਦਾ ਸਮਾਂ ਹੈ। ਸਾਡੇ ਸਰਦਾਰ ਸਿੱਖ ਇਸ ਤਰ੍ਹਾਂ ਦੇ ਹੋਣਗੇ, ਚੰਗਾ ਫੈਸਲਾ ਕਰਨ ਦੀ ਇਹਨਾਂ ਕੋਲ ਹਿੰਮਤ ਹੋਵੇਗੀ, ਚੰਗਾ ਫੈਸਲਾ ਦੇ ਹੀ ਨਹੀਂ ਪਾਉਣਗੇ ਕਿ ਆਹ ਠੀਕ ਫੈਸਲਾ ਇਸੇ ਤਰ੍ਹਾਂ ਹੋਣਾ ਚਾਹੀਦਾ, ਜਾਂ ਮੈਂ ਨੰਗੇ ਤੁਹਾਡੇ ਤੇ ਖੜੋਤਾ ਹਾਂ ਇਸ ਦੇ ਨਾਲ ਨਹੀਂ। ਇੱਕ ਦੂਜੇ ਤੋਂ ਲੁਕ ਕੇ ਅੱਗੇ ਪਿੱਛੇ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ, ਐਸੇ ਫੈਸਲੇ ਇਹਨਾਂ ਨੇ ਦੇਣੇ ਨੇ। ਨ੍ਰਿਪ ਮਹਾਰਾਜ ਕਹਿਣ ਲੱਗੇ ਸੋ ਨਰ ਨਿਆਰੀ ਕਰੇ ਭਰਪੂਰ। ਇਹ ਐਸਾ ਜਿਹੜਾ ਨਿਆਂ ਹੈ ਇਹ ਕਰਿਆ ਕਰਨਗੇ ਕਿ ਡਰ ਡਰ ਕੇ ਦੁਨੀਆ ਦੇ ਵੱਲ। ਐਸੇ ਇਹਨਾਂ ਨੇ ਨਿਆਂ ਕਰਨ ਲੱਗਿਆ ਵੀ ਕਮਜ਼ੋਰੀ ਹੋ ਜਾਣਗੇ। ਦੁਨੀਆ ਕੀ ਕਹਿੰਦੀ ਹੈ ਇਸ ਤਰ੍ਹਾਂ ਉਸ ਪਾਸੇ ਨੂੰ ਵੇਖ ਕੇ ਇਹਨਾਂ ਨੇ ਚੱਲਣਾ ਹੈ। ਸਿੱਖਣੀਆਂ ਗਣ ਭੇਜੋ ਚਾਹੇ ਅਤੇ ਕਹਿਣ ਲੱਗੇ ਜਿਹੜੀਆਂ ਸਿੱਖਣੀਆਂ ਨੇ ਬੀਬੀਆਂ ਹਨ, ਕਹਿਣ ਲੱਗੇ ਉਹਨਾਂ ਬੀਬੀਆਂ ਦੇ ਨਾਲ ਜਦੋਂ ਵਿਆਹ ਕਰਵਾਉਣਗੇ ਨਾ ਤੇ ਉਹਨਾਂ ਦੇ ਨਾਲ ਕੁਝ ਦਾਸੀਆਂ ਆਉਣਗੀਆਂ। ਪਹਿਲੇ ਸਮੇਂ ਵਿੱਚ ਕੀ ਹੋਇਆ ਕਰਦਾ, ਜਦੋਂ ਕੋਈ ਰਾਜੇ ਦੀ ਰਾਜਕੁਮਾਰੀ ਦਾ ਵਿਆਹ ਹੁੰਦਾ, ਉਸ ਰਾਜਕੁਮਾਰੀ ਦੇ ਨਾਲ ਕੁਝ ਦਾਸੀਆਂ ਬੋਲੀਆਂ ਜਾਂਦੀਆਂ ਪੱਕੇ ਤੌਰ ਤੇ ਉਹਦੇ ਨਾਲ। ਜਾਂ ਜਿਹੜੇ ਵੱਡੇ ਵੱਡੇ ਘਰਾਣੇ ਸਨ ਸ਼ਾਹੂਕਾਰਾਂ ਦੇ, ਜਾਂ ਜਿਹੜੇ ਹੋਰ ਜਗੀਰਦਾਰ ਲੋਕ ਸਨ, ਜਦੋਂ ਉਹਨਾਂ ਦੀਆਂ ਬੇਟੀਆਂ ਦੀਆਂ ਡੋਲੀਆਂ ਜਾਂਦੀਆਂ ਤੇ ਉਹ ਫਿਰ ਨਾਲ ਨੌਕਰਾਂ ਨੂੰ ਵੀ ਭੇਜਿਆ ਕਰਦੇ ਸਨ। ਨੌਕਰਾਨੀਆਂ ਨਾਲ ਦਾਸੀਆਂ ਭੇਜ ਦੇਣੀਆਂ। ਮਹਾਰਾਜ ਕਹਿਣ ਲੱਗੇ ਸਮਾਂ ਹੀ ਇਸ ਤਰ੍ਹਾਂ ਦਾ ਆਵੇਗਾ, ਇਹਨਾਂ ਨੇ ਉਹ ਜਿਹੜੀਆਂ ਨੌਕਰਾਨੀਆਂ ਨਾਲ ਗਈਆਂ ਹੋਣਗੀਆਂ ਉਹਨਾਂ ਨੂੰ ਵੀ ਆਪਣੇ ਘਰ ਵਿੱਚ ਵਸਾ ਲੈਣਾ ਹੈ। ਐਸਾ ਇਹਨਾਂ ਦਾ ਜੀਵਨ ਹੋ ਜਾਏਗਾ। ਨੌਕਰਾਨੀਆਂ, ਦਾਸੀਆਂ, ਬੁੱਢੀਆਂ ਉਹ ਵੀ ਆਪਣੇ ਘਰ ਵਿੱਚ ਪਾ ਲੈਣਗੇ, ਰੱਖ ਲੈਣਗੇ, ਉਹਨਾਂ ਨੂੰ ਵੀ ਇਹਨਾਂ ਨੇ ਵਸਾਉਣਾ ਹੈ। ਨ੍ਰਿਪ ਨਾਰੀ ਨੂੰ ਨੈਕ ਨ ਰਹੇ। ਅਤੇ ਇਸੇ ਤਰ੍ਹਾਂ ਜਿਹੜੀ ਨ੍ਰਿਪ ਨਾਰੀ ਹੈ, ਨ੍ਰਿਪ ਨਾਰੀ ਤੋਂ ਭਾਵ ਹੁੰਦਾ ਰਾਣੀ। ਰਾਣੀ ਤੋਂ ਭਾਵ ਹੁੰਦਾ ਜਿਹੜੀ ਆਪਣੀ ਘਰ ਵਾਲੀ ਹੈ, ਜਿਹੜੀ ਵਿਆਹ ਕੇ ਜਾਂਦੀ ਹੈ। ਕਹਿਣ ਲੱਗੇ ਜਿਹੜੀ ਆਪਣੀ ਇਸਤਰੀ ਵਿਆਹ ਕੇ ਜਾਂਦੀ ਹੈ ਉਹਦੇ ਨਾਲ ਮਨ ਕਰਕੇ ਨੈਕ ਨਹੀਂ ਰਹਿਣਗੇ, ਵੀ ਚੰਗੇ ਨਹੀਂ ਰਹਿਣਗੇ। ਸੋ ਇਸ ਤਰ੍ਹਾਂ ਦਾ ਸੁਭਾਅ ਬਣ ਜਾਵੇਗਾ। ਜਿਹੜੀਆਂ ਬੁੱਢੀਆਂ ਦਾਸੀਆਂ ਆਉਣਗੀਆਂ ਨਾਲ ਉਹਨਾਂ ਨੂੰ ਆਪਣੇ ਘਰ ਵਿੱਚ ਵਸਾ ਲੈਣਾ ਹੈ। ਜਿਹੜੀ ਰਾਣੀ ਵਿਆਹ ਕੇ ਜਾਂਦੀ ਹੈ ਉਹਦੇ ਨਾਲ ਮਨੋ ਸਾਫ਼ ਨਹੀਂ ਰਹਿਣਾ ਹੈ। ਐਸੀ ਇਹਨਾਂ ਦੀ ਹਾਲਤ ਬਣੀ ਹੈ। ਪ੍ਰਥਮ ਫਿਰੰਗੀ ਲੋਕਪੁਰ ਆਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਤੋਂ ਪਹਿਲਾਂ ਅੰਗਰੇਜ਼ ਜਿਹੜਾ ਹੈ ਨਾ ਫੌਜ ਲੈ ਕੇ ਲੁਧਿਆਣੇ ਸ਼ਹਿਰ ਤੱਕ ਪਹੁੰਚੇਗਾ। ਸਾਰਿਆਂ ਤੋਂ ਪਹਿਲਾਂ ਫੌਜ ਜਿਹੜੀ ਹੈ ਖਾਲਸਾ ਰਾਜ ਨੂੰ ਵੇਖਣ ਵਾਸਤੇ ਲੁਧਿਆਣੇ ਸ਼ਹਿਰ ਤੱਕ ਪਹੁੰਚੇਗੀ। ਇਤਿਹਾਸ ਬਚਨ ਹੁਣੇ ਆਪਾਂ ਸਰਵਣ ਕੀਤੇ ਕਿ ਜਿਹੜੀਆਂ ਰਿਆਸਤਾਂ ਸਨ ਸਤਲੁਜ ਦਰਿਆ ਤੋਂ ਇਸ ਪਾਸੇ
ਉਹਨਾਂ ਰਿਆਸਤਾਂ ਦੇ ਜਿਹੜੇ ਸਿੱਖ ਰਾਜੇ ਸਨ ਉਹ ਕਹਿੰਦੇ ਸਨ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਰਾਜ ਨਹੀਂ ਕਰਨਾ, ਸਾਨੂੰ ਦੂਜਿਆਂ ਦੀ ਅਧੀਨਗੀ ਕਬੂਲ ਹੈ ਪਰ ਆਪਣੇ ਸਿੱਖ ਰਾਜੇ ਦੀ ਅਧੀਨਗੀ ਕਬੂਲ ਨਹੀਂ ਹੈ। ਫਿਰ ਜਿਹੜੇ ਇੱਧਰਲੀਆਂ ਰਿਆਸਤਾਂ ਦੇ ਰਾਜੇ ਸਨ ਜਿਵੇਂ ਜੀਂਦ ਹੈ, ਇਸੇ ਤਰ੍ਹਾਂ ਜਿਵੇਂ ਨਾਭਾ ਹੈ, ਪਟਿਆਲਾ ਹੈ, ਕੁਰੂਕਸ਼ੇਤਰ ਹੈ, ਇਹ ਸਾਰੀਆਂ ਰਿਆਸਤਾਂ ਫਿਰ ਜਾ ਕੇ ਗੋਰਿਆਂ ਨਾਲ ਮਿਲ ਗਈਆਂ ਤੇ ਉਹਨਾਂ ਦੀ ਫੌਜ ਦੀ ਮਦਦ ਕਰਕੇ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲੜਨ ਵਾਸਤੇ ਚੜ ਕੇ ਆ ਗਏ। ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ, ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ ਜੰਗ ਕਰਨ ਵਾਸਤੇ। ਜਦੋਂ ਫੌਜਾਂ ਦੋਨੇ ਪਾਸੇ ਦੀਆਂ ਆਮਣੇ ਸਾਹਮਣੇ ਹੋਈਆਂ, ਉਸ ਵੇਲੇ ਕੁਝ ਸਿੱਖ ਸਰਦਾਰਾਂ ਨੇ ਫਿਰ ਇਹ ਸਲਾਹ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਕਿ ਆਪਾਂ ਨੂੰ ਲੜਨਾ ਨਹੀਂ ਚਾਹੀਦਾ, ਪਿੱਛੇ ਹਟਣਾ ਚਾਹੀਦਾ, ਕਿਉਂਕਿ ਸਾਹਮਣੇ ਵੀ ਆਪਣੇ ਸਿੱਖ ਭਰਾ ਹੀ ਨੇ, ਭਾਵੇਂ ਕਿ ਉਹ ਅੰਗਰੇਜ਼ਾਂ ਦੇ ਨਾਲ ਲੜ ਗਏ ਨੇ ਪਰ ਮਰਨਾ ਤੇ ਆਪਾਂ ਹੀ ਹੈ। ਜਾਂ ਇਸ ਪਾਸਿਓਂ ਸਿੱਖ ਮਰਨਗੇ ਜਾਂ ਦੂਜੇ ਪਾਸਿਓਂ ਸਿੱਖ ਮਰਨਗੇ, ਦੋਨਾਂ ਪਾਸਿਓਂ ਬਰਬਾਦੀ ਸਿੱਖਾਂ ਦੀ ਹੋਣੀ ਹੈ, ਕਤਲ ਸਿੱਖ ਹੀ ਹੋਣੇ ਨੇ, ਅੰਗਰੇਜ਼ਾਂ ਦਾ ਕੁਝ ਜਾਣਾ ਨਹੀਂ। ਆਪਾਂ ਆਪਣੇ ਭਰਾਵਾਂ ਦੇ ਉੱਪਰ ਤਲਵਾਰ ਕਿਉਂ ਚਲਾਉਣੀ ਹੈ, ਕਿਉਂ ਮਾਰਨਾ ਹੈ? ਜੇ ਆਪਣੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਆਪਾਂ ਪਿੱਛੇ ਹਟ ਜਾਈਏ। ਇਸ ਤਰ੍ਹਾਂ ਫਿਰ ਉਹ ਕੁਝ ਜਿਹੜੇ ਨਾਲ ਵਜ਼ੀਰ ਸਨ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਨੇ ਸਲਾਹ ਦਿੱਤੀ ਤੇ ਫਿਰ ਰੋਪੜ ਵਾਲੀ ਸੰਧੀ ਜਿਹੜੀ ਹੈ ਉਹ ਕੀਤੀ ਗਈ ਕਿ ਸਤਲੁਜ ਤੋਂ ਪਰੇ ਰਾਜ ਜਿਹੜਾ ਹੈ ਉਹ ਅੰਗਰੇਜ਼ ਦਾ ਰਹੇਗਾ ਤੇ ਸਤਲੁਜ ਤੋਂ ਪਰੇ ਰਾਜ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਹੇਗਾ। ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਸੰਧੀ ਹੋਈ। ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜਾ ਅੰਗਰੇਜ਼ ਹੈ ਇਹਦੀ ਫੌਜ ਸਾਰਿਆਂ ਤੋਂ ਪਹਿਲਾਂ ਲੁਧਿਆਣੇ ਤੱਕ ਆ ਕੇ ਪਹੁੰਚਣੀ ਹੈ। ਰਾਜ ਤੇਜ ਵੱਧ ਜਾਵੇ ਅਤੇ ਇਹਨਾਂ ਦਾ ਰਾਜ ਭਾਗ ਇੱਥੇ ਖੜੇਗਾ ਨਹੀਂ, ਇਸ ਤੋਂ ਅੱਗੇ ਵਧੇਗਾ ਵੀ ਇਹਨਾਂ ਦਾ ਪ੍ਰਤਾਪ ਵੀ ਵਧੇਗਾ, ਤਾਕਤ ਵੀ ਵਧੇਗੀ ਤੇ ਇਹਨਾਂ ਨੇ ਸੋਕੇ ਚੋਂਦੇ ਭੋਗਨੇ ਹਨ। ਔਰ ਸੁੰਦਰ ਤ੍ਰਿਆ ਕੋਲੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਲੈਣਗੇ ਜਿਹੜੇ ਅੰਗਰੇਜ਼ ਹਨ ਨਾ, ਇਹ ਲੋਕਾਂ ਦੇ ਕੋਲੋਂ ਧਨ ਵੀ ਲੈਣਗੇ ਵੀ ਲਿਆਓ ਸਾਨੂੰ ਭਾਈ ਇਹਨਾਂ ਧਨ ਦਿਓ, ਸਰਦਾਰਾਂ ਦੇ ਕੋਲੋਂ ਧਨ ਲੈਣਗੇ। ਅਤੇ ਇਸੇ ਤਰ੍ਹਾਂ ਅਗਲਾ ਬਚਨ ਇਹ ਵੀ ਦੱਸਦੇ ਨੇ ਵੀ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਤੇ ਜਿਹੜੀਆਂ ਸਿੱਖ ਸਰਦਾਰਨੀਆਂ ਹੋਣਗੀਆਂ, ਜਿਨ੍ਹਾਂ ਦੇ ਮੰਨ ਲਓ ਸਰਦਾਰ ਮਰ ਜਾਣਗੇ ਜਾਂ ਸਰਦਾਰਨੀਆਂ ਰਾਜ ਕਰਨਗੀਆਂ, ਉਹ ਸਰਦਾਰਨੀਆਂ ਜਿਹੜੀਆਂ ਹਨ ਫਿਰ ਅੰਗਰੇਜ਼ਾਂ ਦੇ ਅਧੀਨ ਹੋ ਜਾਣਗੀਆਂ ਕਿ ਸਾਡੀ ਇੰਨੀ ਪੈਨਸ਼ਨ ਲਾ ਦਿਓ ਤੇ ਸਾਡੇ ਰਾਜ ਦੇ ਉੱਪਰ ਕਬਜ਼ਾ ਕਰੋ, ਰਾਜ ਭਾਗ ਤੁਸੀਂ ਚਲਾਓ ਤੇ ਸਾਨੂੰ ਇੰਨੀ ਜ਼ਮੀਰ ਇੰਨੇ ਮੁੱਲ ਦੀ ਸਾਡੇ ਨਾਮ ਲਾ ਦਿਓ ਜਾਂ ਇੰਨੀ ਪੈਨਸ਼ਨ ਲਾ ਦਿਓ ਕਿ ਸਾਡਾ ਗੁਜ਼ਾਰਾ ਚੱਲੇ ਤੇ ਤੁਸੀਂ ਰਾਜ ਇਹ ਸਾਡੇ ਘਰਾਂ ਦੇ ਉੱਪਰ ਜਾਂ ਸਾਡੇ ਦੇਸ਼ ਦੇ ਉੱਪਰ ਕਰ ਲਓ। ਮਹਾਰਾਜ ਕਹਿੰਦੇ ਸਮਾਂ ਐਸਾ ਬਣੇਗਾ ਵੀ ਇਹ ਜਿਹੜੀਆਂ ਇਸਤਰੀਆਂ ਜਿਹੜੀਆਂ ਸਰਦਾਰਨੀਆਂ ਹੋਣਗੀਆਂ, ਜਿਨ੍ਹਾਂ ਦੇ ਉਦੋਂ ਰਾਜ ਚੱਲਦੇ ਹੋਣਗੇ, ਘਰਾਣੇ ਚੱਲਦੇ ਹੋਣਗੇ, ਉਹ ਗੋਰਿਆਂ ਦੇ ਅੰਗਰੇਜ਼ਾਂ ਦੇ ਅਧੀਨ ਹੋ ਕੇ ਤੇ ਉਹਨਾਂ ਦੇ ਕੋਲੋਂ ਜ਼ਗੀਰਾਂ ਦੀ ਮੰਗ ਕਰਨਗੀਆਂ, ਪੈਨਸ਼ਨ ਦੀ ਮੰਗ ਕਰਨਗੀਆਂ ਆਪਣਾ ਗੁਜ਼ਾਰਾ ਕਰਨ ਵਾਸਤੇ। ਸਿੰਘ ਤੀਰਕ ਦੁੱਖ ਖੇਵੇਂ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਸਾਡੇ ਜਿਹੜੇ ਸਿੰਘ ਹੋਣਗੇ, ਸਿੱਖ, ਉਹ ਬਹੁਤ ਵੱਡਾ ਦੁੱਖ ਜਿਹੜਾ ਹੈ ਪ੍ਰਾਪਤ ਕਰਨਗੇ ਕਿ ਸਾਡੀਆਂ ਜਿਹੜੀਆਂ ਸਰਦਾਰਨੀਆਂ ਹਨ, ਬੀਬੀਆਂ, ਉਹ ਆਪਣੇ ਆਪ ਨੂੰ ਬਚਾਉਣ ਵਾਸਤੇ, ਗੁਜ਼ਾਰਾ ਕਰਨ ਵਾਸਤੇ ਦੁਸ਼ਮਣ ਦੇ ਕੋਲੋਂ ਜਾ ਕੇ ਖੈਰਾਤ ਮੰਗਦੀਆਂ, ਭੀਖ ਮੰਗਦੀਆਂ, ਜ਼ਗੀਰ ਮੰਗਦੀਆਂ। ਇਹ ਗੱਲਾਂ ਸੁਣ ਕੇ ਜਿਹੜੇ ਸਰਦਾਰ ਹੋਣਗੇ ਉਹ ਵੱਡਾ ਭਾਰੀ ਦੁੱਖ ਪਾਉਣਗੇ। ਮੁਖ ਗੁਰ ਤੇ ਜੇ ਭਾਈ ਭਾਈ ਜਿਹੜੇ ਬੇਮੁਖ ਹੋਣਗੇ ਨਾ ਉਸ ਵੇਲੇ ਗੁਰੂ ਤੋਂ ਜਿਹੜੇ ਬੇਮੁਖ ਹੋ ਜਾਂਦੇ ਹਨ। ਆਪ ਤਿੰਨ ਕੇ ਸਿਰ ਸੰਕਟ ਪਾਈ। ਮਹਾਰਾਜ ਕਹਿੰਦੇ ਜਿਹੜੇ ਹੁਣ ਇਥੋਂ ਬੇਮੁਖ ਹੋ ਕੇ ਭੱਜੇ ਨਾ ਸਾਡੇ ਕੋਲੋਂ ਕਿ ਗੁਰੂ ਦੇ ਇੱਟ ਮਾਰਦਾ, ਪੱਥਰ ਮਾਰਦਾ ਭੱਜ ਜਾਈਏ, ਇਹ ਜਿਹੜੇ ਬੇਮੁਖ ਹੋਏ ਨੇ ਇਹ ਸਿੱਖਾਂ ਦੇ ਘਰ ਵਿੱਚ ਜਾ ਕੇ ਜਨਮ ਲੈਣਗੇ। ਉਦੋਂ ਫਿਰ ਇਹ ਦੁੱਖ ਪਾਉਣਗੇ ਵੀ ਹੁਣ ਅਸੀਂ ਕਿੱਧਰ ਨੂੰ ਜਾਈਏ, ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਦੋਂ ਇਹਨਾਂ ਨੇ ਫਿਰ ਦੁੱਖ ਪਾਉਣੇ ਹਨ। ਚਿੰਤਾ ਵਧੇ ਸਬਰ ਕੇ ਵੀ ਸਾਰਿਆਂ ਦੇ ਵਿੱਚ ਚਿੰਤਾ ਵਧੇਗੀ। ਕੋਈ ਵੀ ਸਿੱਖ ਘਰਾਣਾ ਚਿੰਤਾ ਤੋਂ ਖਾਲੀ ਨਹੀਂ ਹੋਵੇਗਾ, ਸਾਰੇ ਚਿੰਤਾ ਦੇ ਸਹਿਤ ਹੋ ਜਾਣਗੇ। ਇਹਨਾਂ ਵਿੱਚ ਚਿੰਤਾ ਪੈਣੀ ਹੈ। ਅਰਹਿ ਪੁਕਾਰ ਗੁਰੂ ਕੇ ਮੀਚ। ਉਸ ਵੇਲੇ ਫਿਰ ਸਤਿਗੁਰਾਂ ਦੇ ਅੱਗੇ ਆ ਕੇ ਪੁਕਾਰਾਂ ਕਰਨਗੇ ਕਿ ਮਹਾਰਾਜ ਸਾਨੂੰ ਰੱਖ ਲਓ, ਸਾਨੂੰ ਰੱਖ ਲਓ। ਗੁਰੂ ਦੇ ਅੱਗੇ ਪੁਕਾਰ ਕਰਨਗੇ, ਮਹਾਰਾਜ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਸਾਨੂੰ ਮੌਤ ਹੀ ਦੇ ਦਿਓ। ਮਹਾਰਾਜ ਕਹਿੰਦੇ ਸਮਾਂ ਹੀ ਇਸ ਤਰ੍ਹਾਂ ਦਾ ਭਿਆਨਕ ਬਣੇਗਾ ਵੀ ਇਹ ਆਪਣੀ ਜ਼ਿੰਦਗੀ ਦੇ ਨਾਲੋਂ ਫਿਰ ਮੌਤ ਮੰਗਣਗੇ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਿੱਖ ਹੋਣਗੇ ਐਸਾ ਦੁੱਖ ਪਾਉਣਗੇ, ਐਸਾ ਦੁੱਖ ਮਿਲੇਗਾ, ਪ੍ਰਾਪਤ ਹੋਵੇਗਾ ਵੀ ਇਹ ਗੁਰੂ ਦੇ ਕੋਲੋਂ ਫਿਰ ਕਹਿਣਗੇ ਵੀ ਸਾਨੂੰ ਮੌਤ ਦੇਣਾ ਕਰੋ। ਔਰ ਸਿੰਘਨ ਬੁਝਿਓ ਮਹਾਰਾਜ। ਜਦੋਂ ਮਹਾਰਾਜ ਨੇ ਭਜਨ ਕੀਤੇ ਨਾ ਤੇ ਫਿਰ ਸਿੱਖ ਸੰਗਤਾਂ ਬੈਠੀਆਂ ਹੋਈਆਂ ਮਹਾਰਾਜ ਦੇ ਕੋਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ। ਫਿਰ ਸੰਗਤ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਕਿਰਪਾ ਕਰਕੇ
ਇੱਕ ਸਾਡਾ ਸਵਾਲ ਹੋਰ ਹੈ, ਬਚਨ ਹੋਰ ਹੈ, ਦੱਸਣਾ ਕਰੋ। ਜਿਤੋਂ ਤੋਕਰ ਕੋ ਹੋਏ ਪੁਕਾਰ। ਮਹਾਰਾਜ ਇਹ ਹੁਣ ਇਸ ਵੇਲੇ ਤੇ ਮੁਗਲਾਂ ਦਾ ਰਾਜ ਹੈ। ਤੁਸੀਂ ਮੁਗਲਾਂ ਦੇ ਰਾਜ ਦੇ ਖਾਤਮੇ ਤੋਂ ਬਾਅਦ ਵਿੱਚ ਅੰਗਰੇਜ਼ਾਂ ਦੇ ਰਾਜ ਦੀ ਗੱਲ ਕੀਤੀ ਹੈ, ਫਿਰ ਸਿੱਖਾਂ ਦੇ ਰਾਜ ਦੇ ਖਾਤਮੇ ਦੀ ਗੱਲ ਕੀਤੀ ਹੈ। ਮਹਾਰਾਜ ਉਹ ਤੇ ਬਚਨ ਅਸੀਂ ਸੁਣਦਾ ਹੈ, ਪਰ ਇਸ ਵੇਲੇ ਤੇ ਮੁਗਲਾਂ ਦਾ ਰਾਜ ਹੈ ਤੇ ਤਖਤ ਦੇ ਉੱਪਰ ਬਾਦਸ਼ਾਹ ਔਰੰਗਜ਼ੇਬ ਬੈਠਾ, ਜਿਹੜਾ ਬੜਾ ਢਾਡਾ ਹੈ, ਬੜਾ ਤਾਕਤ ਵਾਲਾ ਹੈ। ਮਹਾਰਾਜ ਇਹ ਜਿਹੜੇ ਮੁਗਲ ਨੇ, ਇਹਨਾਂ ਦਾ ਰਾਜ ਭਾਗ ਇਹ ਜਿਹੜਾ ਕੁਕਾਜ ਕੋਡੇ ਕੰਮ ਕਰਦੇ ਹਨ। ਰਾਜ ਤੇਜ ਭੂਮੀ ਮੈਂ ਪੂਰਾ। ਇਹਨਾਂ ਦਾ ਰਾਜ ਸਾਰੀ ਧਰਤੀ ਦੇ ਉੱਪਰ ਹੈ। ਇਸ ਵੇਲੇ ਮੁਗਲਾਂ ਦਾ ਰਾਜ ਪੂਰੇ ਹਿੰਦੁਸਤਾਨ ਦੇ ਉੱਪਰ ਹੈ। ਮਹਾਰਾਜ ਐਡੇ ਵੱਡੇ ਰਾਜ ਨੂੰ ਕਿਵੇਂ ਗਵਾ ਦੇਣਗੇ, ਕਿਵੇਂ ਰਾਜ ਇਹਨਾਂ ਦਾ ਨਾਸ਼ ਹੋਵੇਗਾ, ਅੰਗਰੇਜ਼ ਕਿਵੇਂ ਇਹਨਾਂ ਦਾ ਰਾਜ ਦਬ ਲੈਣਗੇ। ਇਸ ਵੇਲੇ ਪੂਰੀ ਦੁਨੀਆ ਦੇ ਮਾਲਕ ਹਨ। ਕਿਉਂ ਕਿਲ ਕੋ ਤਬ ਹੋਇਆ ਹੈ ਦੂਰ। ਮਹਾਰਾਜ ਇਹਨਾਂ ਦਾ ਰਾਜ ਦੂਰ ਕਿਵੇਂ ਹੋਵੇਗਾ। ਇਹ ਜਿਹੜਾ ਰਾਜ ਭਾਗ ਇਹਨਾਂ ਨੂੰ ਮਿਲਿਆ ਹੈ ਨਾ, ਇਸ ਵੇਲੇ ਮੁਗਲਾਂ ਨੂੰ ਔਰੰਗਜ਼ੇਬ ਬਾਦਸ਼ਾਹ ਤਖਤ ਤੇ ਬੈਠਾ ਹੈ, ਇੰਨਾ ਵੱਡਾ ਹਿੰਦੁਸਤਾਨ ਦਾ ਰਾਜ ਉਹਦੇ ਕੋਲ ਹੈ। ਆਪ ਜੀ ਆਖਦੇ ਹੋ ਵੀ ਹਿੰਦੁਸਤਾਨ ਦੀ ਧਰਤੀ ਤੇ ਅੰਗਰੇਜ਼ਾਂ ਦਾ ਰਾਜ ਹੋ ਜਾਣਾ ਹੈ, ਸਿੱਖਾਂ ਦਾ ਰਾਜ ਵੀ ਛੁੱਟ ਜਾਣਾ ਹੈ। ਮਹਾਰਾਜ ਮੁਗਲਾਂ ਦਾ ਰਾਜ ਜਾਵੇਗਾ ਕਿਵੇਂ, ਉਦੋਂ ਕੀ ਵਾਪਰੇਗਾ, ਕੀ ਹੋਵੇਗਾ, ਇਹ ਵੀ ਕਿਰਪਾ ਕਰਕੇ ਆਪ ਦੱਸਣਾ ਕਰੋ। ਸੁਣ ਸਤਿਗੁਰ ਤਬ ਖੇਲ ਸੁਣਾਈ। ਸਤਿਗੁਰੂ ਪਾਤਸ਼ਾਹ ਦੇ ਸੁਨੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣਗੇ, ਭਾਈ ਇਹ ਵੀ ਇੱਕ ਖੇਡ ਦਾ ਵਰਤਾਰਾ ਵਰਤਣਾ ਹੈ। ਇਹਦੀ ਸਮਾਂ ਆਵੇਗਾ, ਐਸੀ ਖੇਡ ਵਰਤੇਗੀ, ਐਸਾ ਭਾਣਾ ਵਾਪਰੇਗਾ, ਉਹ ਸਾਰਾ ਬਚਨ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦਾ ਅੱਗੇ ਸੁਣਾ ਦਿੰਦੇ ਹਾਂ। ਤਥਾਤ ਵੇਖਿਆ ਤੁਮਹਿ ਬਣਿਆ। ਜਿਵੇਂ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਨਾ ਸਾਰਾ ਕੁਝ, ਵੀ ਇਹਨਾਂ ਮੁਗਲਾਂ ਦਾ ਰਾਜ ਇਹਨਾਂ ਨੂੰ ਮਿਲਿਆ ਕਿਵੇਂ ਹੈ ਔਰ ਰਾਜ ਜਾਣਾ ਕਿਵੇਂ ਹੈ ਇਹਨਾਂ ਦਾ, ਉਹ ਸਾਰਾ ਬਚਨ ਭਵਿੱਖਤ ਕਾਲ ਦਾ, ਆਉਣ ਵਾਲੇ ਸਮੇਂ ਦਾ ਅਸੀਂ ਆਪ ਜੀ ਦੇ ਨਾਲ ਕਹਿੰਦੇ ਹਾਂ। ਅਕਬਰ ਬ੍ਰਹਮਚਾਰੀ ਤਨ ਧਾਰਾ। ਕਹਿਣ ਲੱਗੇ ਵੀ ਹਿੰਦੁਸਤਾਨ ਦੀ ਧਰਤੀ ਤੇ ਇੱਕ ਅਕਬਰ ਨਾਮ ਦਾ ਬਾਦਸ਼ਾਹ ਹੋਇਆ। ਨਾਮ ਤੇ ਇਹਦਾ ਬਹੁਤ ਵੱਡਾ ਸੀ, ਪਰ ਅਕਬਰ ਨਾਮ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੇ ਦਿੱਤਾ। ਸੋ ਕਹਿਣ ਲੱਗੇ ਵੀ ਇਹ ਪਿਛਲੇ ਜਨਮ ਦੇ ਵਿੱਚ ਕੋਈ ਬ੍ਰਹਮਚਾਰੀ ਸਾਧੂ ਸੀ। ਬ੍ਰਹਮਚਾਰੀ ਹੋ ਕੇ ਸਾਧੂ ਬਣ ਕੇ ਉਹਨੇ ਬੜਾ ਤਪ ਕੀਤਾ। ਉਸ ਤਪ ਦੇ ਬਲ ਦੇ ਨਾਲ ਇਹਨੂੰ ਇਹ ਅਕਬਰ ਦਾ ਜਨਮ ਮਿਲਿਆ ਅਤੇ ਹਿੰਦੁਸਤਾਨ ਦਾ ਰਾਜਾ ਬਣਿਆ। ਕਹਿਣ ਲੱਗੇ ਜਿਹੜਾ ਅਕਬਰ ਬਾਦਸ਼ਾਹ ਹੈ, ਇਹ ਪਿਛਲੇ ਜਨਮ ਦਾ ਕੋਈ ਬ੍ਰਹਮਚਾਰੀ ਸਾਧੂ ਹੀ ਹੈ। ਇਹਨੇ ਤਪ ਕਰਕੇ ਇਸ ਰਾਜ ਭਾਗ ਨੂੰ ਇਸ ਜਨਮ ਵਿੱਚ ਲਿਆ ਹੈ। ਮੈਂ ਆਪਣਾ ਖੂਬ ਸਵਾਰਾ। ਅਤੇ ਇਹਨੇ ਇੱਥੇ ਆ ਕੇ ਵੀ ਪਹਿਲਾਂ ਪਿਛਲੇ ਜਨਮ ਦੇ ਵਿੱਚ ਵੀ ਧਰਮੀ ਰਿਹਾ, ਧਰਮੀ ਰਹਿ ਕੇ ਤੇ ਇਹਨੇ ਭਗਤ ਬੰਦਗੀ ਕੀਤੀ, ਰੱਬ ਨੂੰ ਖੁਦਾ ਨੂੰ ਅੱਲਾਹ ਨੂੰ ਧਿਆਇਆ। ਇਹ ਕਹਿਣ ਲੱਗੇ ਇਸ ਵੇਲੇ ਅਕਬਰ ਬਣ ਕੇ ਜੰਮਿਆ ਤੇ ਫਿਰ ਵੀ ਇਸਨੇ ਖੁਦਾ ਨੂੰ ਯਾਦ ਰੱਖਿਆ, ਭੈ ਭਾਵਨੀ ਦੇ ਵਿੱਚ ਰਹਿ ਕੇ ਆਪਣਾ ਧਰਮ, ਆਪਣਾ ਜਨਮ ਸਵਾਰਿਆ ਹੈ। ਇਸਕੇ ਜਹਾਂਗੀਰ ਸੁਤ ਹੋਵਾ। ਇਸ ਬਾਦਸ਼ਾਹ ਦਾ ਅੱਗੇ ਪੁੱਤਰ ਹੋਵੇਗਾ ਜਹਾਂਗੀਰ। ਸੋ ਬਾਦਸ਼ਾਹ ਦੇ ਦੋ ਪੁੱਤਰ ਨੇ, ਆਜ਼ਮ ਤੇ ਮੁਅੱਜ਼ਮ, ਇਹਨਾਂ ਦੇ ਨਾਮ ਸਨ। ਜਹਾਂਗੀਰ ਤੇ ਨਾਮ ਉਸਨੇ ਤਖਤ ਤੇ ਬੈਠ ਕੇ ਰੱਖਿਆ। ਸੋ ਕਹਿਣ ਲੱਗੇ ਵੀ ਇਹ ਜਿਹੜਾ ਰਾਜਾ ਹੈ, ਇਹ ਉਸ ਵੇਲੇ ਰਾਜ ਭਾਗ ਦਾ ਮਾਲਕ ਹੋਵੇਗਾ। ਇਹਦੇ ਘਰ ਵਿੱਚ ਜਿਹੜਾ ਪੁੱਤਰ ਹੋਵੇਗਾ ਉਹ ਫਿਰ ਇਹਦੀ ਗੱਦੀ ਤੇ ਬੈਠੇਗਾ, ਉਹਦਾ ਨਾਮ ਜਹਾਂਗੀਰ ਹੈ। ਸ਼ਾਹਜਹਾਂ ਪੁਰਸਬ ਨੇ ਜੋ। ਤੇ ਜਹਾਂਗੀਰ ਦਾ ਪੁੱਤਰ ਫਿਰ ਸ਼ਾਹਜਹਾਨ ਬਾਦਸ਼ਾਹ ਹੋਵੇਗਾ। ਸਾਰਿਆਂ ਨਿਆਣਿਆਂ ਨੂੰ ਉਸਨੂੰ ਵੇਖਿਆ ਵੀ ਹੈ, ਕਿਉਂਕਿ ਸ਼ਾਹਜਹਾਨ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਰਾਜ ਭਾਗ ਕਰਕੇ ਤੇ ਬਣ ਚੁੱਕਾ ਸੀ। ਮਹਾਰਾਜ ਕਹਿੰਦੇ ਸੰਗਤ ਜੀ, ਇਹ ਤੁਸੀਂ ਸਾਰੇ ਰਾਜੇ ਵੇਖ ਹੀ ਲੈ ਲਿਆ, ਅਕਬਰ ਦਾ ਰਾਜ ਵੀ ਵੇਖ ਲਿਆ, ਜਹਾਂਗੀਰ ਦਾ ਵੀ ਦੇਖ ਲਿਆ ਅਤੇ ਸ਼ਾਹਜਹਾਨ ਦਾ ਵੀ ਤੁਸੀਂ ਰਾਜ ਦੇਖਿਆ ਹੈ। ਆਏ ਵਿਲਾਇਤ ਤੇ ਦਿਨ ਭੌਣ। ਤੇ ਕਹਿਣ ਲੱਗੇ ਵੀ ਇਹ ਜਿਹੜੇ ਅੰਗਰੇਜ਼ ਨੇ ਨਾ, ਜਿਨ੍ਹਾਂ ਦੇ ਕੋਲ ਨੌਕਰੀ ਕਰਨ ਵਾਸਤੇ ਆਉਣਗੇ, ਪਹਿਲਾਂ ਬਾਹਰੋਂ ਚੱਲ ਕੇ ਆਉਣਗੇ, ਇਹਨਾਂ ਦੇ ਕੋਲ ਨੌਕਰੀ ਕਰਨਗੇ। ਜਹਾਂਗੀਰ ਦੇ ਕੋਲ ਨੌਕਰੀ ਤੇ ਆ ਕੇ ਇਹ ਲੱਗੇ ਸਨ ਤੇ ਜਹਾਂਗੀਰ ਦੇ ਕੋਲੋਂ ਇਹਨਾਂ ਨੇ ਕਈ ਵਾਰੀ ਇਹ ਮੰਗ ਕੀਤੀ ਸੀ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਕਿ ਅਸੀਂ ਇੱਥੇ ਆਪਣਾ ਜਿਹੜਾ ਹੈ ਉਹ ਵਪਾਰ ਦਾ ਕੇਂਦਰ ਬਣਾ ਸਕੀਏ। ਪਰ ਜਹਾਂਗੀਰ ਬਾਦਸ਼ਾਹ ਬੜਾ ਸਿਆਣਾ ਤੇ ਤੇਜ਼ ਦਿਮਾਗ ਦਾ ਹੋਣ ਕਰਕੇ ਉਹਨੇ ਬੜਾ ਲੰਬਾ ਸਮਾਂ ਇਹਨਾਂ ਨੂੰ ਕੋਈ ਆਗਿਆ ਨਹੀਂ ਦਿੱਤੀ ਹੈ। ਇਸ ਤਰ੍ਹਾਂ ਇਹ ਵਾਰ-ਵਾਰ ਕਹਿ ਕੇ ਤੇ ਫਿਰ ਇਹਨਾਂ ਨੇ ਨੌਕਰੀ ਕਾਰੀ ਲਈ, ਨੌਕਰ ਵੀ ਰਹਿਣ ਲੱਗ ਪਏ ਔਰ ਆਪਣਾ ਵਪਾਰ ਵੀ ਇਹਨਾਂ ਗੋਰਿਆਂ ਨੇ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ। ਰਹੇ ਗੁਲਾਮ ਹੋਏ ਕਰਮੋਂ। ਅਤੇ ਇਹ ਜਿਹੜੇ ਅੰਗਰੇਜ਼ ਹਨ ਫਿਰ ਗੁਲਾਮ ਬਣ ਕੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਰਹਿ। ਇਹਨਾਂ ਨੇ ਆ ਕੇ ਇੱਥੇ ਜਿਹੜੇ ਕਈ ਕੰਮ ਹਨ ਉਹ ਕੀਤੇ ਹਨ, ਕਈ ਕੰਮ ਇਹਨਾਂ ਨੇ ਕਰਵਾਏ ਹਨ।
ਵੀ ਇਸ ਤਰ੍ਹਾਂ ਇਹ ਜਿਹੜੇ ਅੰਗਰੇਜ਼ ਨੇ ਇਹਨਾਂ ਰਾਜਿਆਂ ਦੇ ਘਰੇ ਆ ਕੇ ਰਹਿ ਨੌਕਰੀ ਤੇ ਲੱਗ ਪਏ, ਕਈਆਂ ਨੇ ਵਪਾਰ ਸ਼ੁਰੂ ਕੀਤੇ ਹਨ। ਬਹੁਤ ਰੰਗ ਬੰਦ ਕਰ ਆ ਗਈ ਅਤੇ ਫਿਰ ਸ਼ਾਹਜਹਾਨ ਤੋਂ ਬਾਅਦ ਵਿੱਚ ਉਹ ਔਰੰਗਜ਼ੇਬ ਬਾਦਸ਼ਾਹ ਬਣਿਆ ਤੇ ਫਿਰ ਔਰੰਗਜ਼ੇਬ ਦੇ ਅੱਗੇ ਹੱਥ ਜੋੜ ਕੇ ਤੇ ਆਗਿਆ ਦੇ ਵਿੱਚ ਰਹੇ ਹਨ। ਮੀਰਾਂ ਸ਼ਾਹ ਸੇਬ ਮਹਿਲ ਅਤੇ ਇਸੇ ਤਰ੍ਹਾਂ ਅਮੀਰ ਆਦਮੀਆਂ ਦੀ ਸੇਵਾ ਵਿੱਚ ਜਿਹੜੇ ਬੁੜੇ ਸਨ ਲੱਗੇ ਰਹੇ ਸੇਵਾ ਕਰਦੇ ਹਨ। ਸਾਧਨ ਵਾਸਤੇ ਇਹ ਪਹੁੰਚਾਣੀ ਤੇ ਉਸ ਵੇਲੇ ਕਹਿਣ ਲੱਗੇ ਵੀ ਇਹ ਜਿਹੜਾ ਔਰੰਗਾ ਹੈ ਨਾ ਇਸਨੇ ਸਾਧਨੇ ਯੋਗ ਵਸਤੂ ਨੂੰ ਮਨ ਵਿੱਚ ਜਾਣਿਆ ਹੈ। ਉਹਨਾਂ ਛੁੱਟੀ ਬਾਤ ਪੁਰਾਣੀ ਆਵੀਂ ਉਹ ਜਿਹੜੀ ਪੁਰਾਣੀ ਗੱਲ ਹੈ ਨਾ ਉਹਦੇ ਮਨ ਵਿੱਚੋਂ ਛੁੱਟੀ ਨਹੀਂ ਹੈ। ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਜਿਹੜਾ ਔਰੰਗਜ਼ੇਬ ਹੈ ਨਾ ਇਹ ਛੋਟੀ ਉਮਰ ਦੇ ਵਿੱਚ ਸਾਧੂਆਂ ਫਕੀਰਾਂ ਦੀ ਸੰਗਤ ਕਰਦਾ ਰਿਹਾ ਔਰ ਸਾਧੂਆਂ ਫਕੀਰਾਂ ਦੀ ਸੰਗਤ ਕਰਕੇ ਇਹ ਵੀ ਫਕੀਰ ਹੀ ਬਣਨਾ ਚਾਹੁੰਦਾ ਸੀ ਵੀ ਮੈਂ ਫਕੀਰ ਬਣ ਜਾਵਾਂ। ਪਰ ਇਹਦੇ ਅੰਦਰ ਇੱਕ ਤ੍ਰਿਸ਼ਨਾ ਸੀ ਵੀ ਮੈਂ ਰਾਜ ਭਾਗ ਵੀ ਲੈਣਾ ਹੈ। ਤ੍ਰਿਸ਼ਨਾ ਰਾਜ ਭਾਗ ਵੀ ਜ਼ਰੂਰ ਹੈ ਪਰ ਜੀਵਨ ਸਾਧੂਆਂ ਫਕੀਰਾਂ ਦੇ ਨਾਲ ਹੀ ਬਤੀਤ ਕਰਦਾ ਹੈ। ਪਰ ਉਹ ਤ੍ਰਿਸ਼ਨਾ ਇਹਦੇ ਅੰਦਰੋਂ ਮੁੱਕੀ ਨਹੀਂ। ਹੌਲੀ ਹੌਲੀ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਉਵੇਂ ਉਵੇਂ ਤ੍ਰਿਸ਼ਨਾ ਵਧਦੀ ਗਈ। ਤ੍ਰਿਸ਼ਨਾ ਇੰਨੀ ਵਧੀ ਕਿ ਆਪਣੇ ਭਰਾਵਾਂ ਨੂੰ ਲਾਲਚ ਦੇ ਕੇ ਤੇ ਉਹਨਾਂ ਨੂੰ ਕਤਲ ਕਰਵਾਇਆ, ਕਿਉਂਕਿ ਭਰਾ ਜਾਣਦੇ ਸਨ ਵੀ ਇਹ ਤੇ ਛੋਟੇ ਹੁੰਦਿਆਂ ਸਾਧੂਆਂ ਦੇ ਨਾਲ ਰਿਹਾ। ਇਹਨੇ ਆਪਣੇ ਭਰਾਵਾਂ ਨੂੰ ਇਹ ਵੀ ਗੱਲ ਕਹੀ ਕਿ ਮੈਂ ਤੇ ਸਾਧੂ ਹੀ ਬਣਨਾ, ਫਕੀਰ ਹੀ ਬਣਨਾ, ਰਾਜ ਭਾਗ ਵੀ ਮੈਂ ਤੁਹਾਡੇ ਵਾਸਤੇ ਲੈਣਾ ਪਿਆ। ਜਦੋਂ ਰਾਜ ਭਾਗ ਮਿਲ ਗਿਆ ਤੇ ਭਰਾ ਕਤਲ ਕਰਵਾ ਦਿੱਤੇ। ਉਹ ਲੰਮਾ ਪ੍ਰਸੰਗ ਹੈ ਵੀ ਕਿਵੇਂ ਕਤਲ ਕਰਵਾਏ। ਉਹ ਵਜਨ ਜਿਹੜੇ ਹਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਵੀ ਔਰੰਗਜ਼ੇਬ ਨੂੰ ਤਖਤ ਕਿਵੇਂ ਮਿਲਿਆ, ਭਰਾ ਕਿਵੇਂ ਕਤਲ ਕਰਵਾਏ, ਕਿਵੇਂ ਰਾਜ ਭਾਗ ਤੇ ਬੈਠਾ ਅਤੇ ਔਰੰਗਜ਼ੇਬ ਤੋਂ ਬਾਅਦ ਵਿੱਚ ਦਿੱਲੀ ਦਾ ਰਾਜ ਕਿਵੇਂ ਚੱਲਦਾ ਰਿਹਾ ਅਤੇ ਫਿਰ ਇਹਨਾਂ ਦਾ ਰਾਜ ਅੰਗਰੇਜ਼ਾਂ ਦਾ ਕਿਵੇਂ ਆਇਆ। ਉਹ ਮਹਾਰਾਜ ਆਉਣ ਵਾਲੇ ਸਮੇਂ ਬਾਰੇ ਜਿਵੇਂ ਦੱਸਣਗੇ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਤੋਂ ਦੀ ਮੁਆਫੀ ਲੈ ਕੇ ਬਤਾ ਹੈ ਸ਼ੁਕਰੀਆ।